ਹੈਲੋ ਦੋਸਤੋ, ਪੂਰਨ ਟੀਵੀ ਦੇ ਉੱਪਰ ਤੁਹਾਡਾ ਸਵਾਗਤ ਹੈ। ਤੇ ਅੱਜ ਅਸੀਂ ਆਪਣੇ ਚੈਨਲ ਦੇ ਉੱਪਰ ਇੱਕ ਨਵਾਂ ਸੈਗਮੈਂਟ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਬੋਲ ਮਿੱਟੀ ਦਿਆ ਬਾਵਿਆ। ਬੋਲ ਮਿੱਟੀ ਦਿਆ, ਬੋਲ ਮਿੱਟੀ ਦਿਆ ਬਾਵਿਆ। ਇਸ ਪ੍ਰੋਗਰਾਮ ਦੇ ਤਹਿਤ ਅਸੀਂ ਉਹਨਾਂ ਸਾਰੇ ਮਿੱਟੀ ਦੇ ਬਾਵਿਆਂ ਨਾਲ ਗੱਲ ਕਰਿਆ ਕਰਾਂਗੇ, ਗੁਫ਼ਤਗੂ ਕਰਿਆ ਕਰਾਂਗੇ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕੁਛ ਘਾਲਣਾ ਘਾਲੀ ਹੈ, ਜਿਨ੍ਹਾਂ ਨੇ ਕੁਛ ਪਾਇਆ ਹੈ, ਜਿਨ੍ਹਾਂ ਨੇ ਕੁਛ ਕੁਰਬਾਨੀਆਂ ਦਿੱਤੀਆਂ ਹਨ, ਜਿਨ੍ਹਾਂ ਨੇ ਆਪਣਾ ਨਾਮ ਬਣਾਇਆ ਹੈ। ਉਹਨਾਂ ਮਿੱਟੀ ਦੇ ਬਾਵਿਆਂ ਦੇ ਵਿੱਚ ਇੱਕ ਅਦਾਕਾਰ ਵੀ ਹੋ ਸਕਦਾ ਹੈ, ਇੱਕ ਕਲਾਕਾਰ ਵੀ ਹੋ ਸਕਦਾ ਹੈ, ਇੱਕ ਲੇਖਕ ਵੀ ਹੋ ਸਕਦਾ ਹੈ, ਇੱਕ ਕਵੀ ਵੀ ਹੋ ਸਕਦਾ ਹੈ, ਸਾਹਿਤਕਾਰ ਵੀ ਹੋ ਸਕਦਾ ਹੈ, ਕੋਈ ਸਪੋਰਟਸ ਪਰਸਨ ਵੀ ਹੋ ਸਕਦਾ ਹੈ, ਜਿਸ ਨੇ ਕੁਛ ਨਾ ਕੁਛ ਆਪਣੀ ਮਿਹਨਤ ਸਦਕਾ, ਆਪਣੇ ਕੰਮਾਂ ਸਦਕਾ, ਆਪਣੇ ਬਿਹਾਰਾਂ ਸਦਕਾ ਕੁਛ ਨਾਮ ਬਣਾਇਆ ਹੈ, ਕੁਛ ਕੁਰਬਾਨੀਆਂ ਦਿੱਤੀਆਂ। ਸੋ ਇਸ ਐਪੀਸੋਡ ਦੇ ਪਹਿਲੇ ਇਸ ਪ੍ਰੋਗਰਾਮ ਦੇ ਪਹਿਲੇ ਐਪੀਸੋਡ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਸ ਨੂੰ ਪੇਸ਼ ਕਰਨ ਜਾ ਰਹੇ ਹਾਂ ਉਹ ਮੇਰੀ ਆਪਣੀ ਮਾਂ ਹੈ। ਔਰ ਮੇਰੀ ਮਾਂ ਨੇ ਬਹੁਤ ਘਾਲਣਾ ਘਾਲੀ ਹੈ। ਔਰ ਸਾਡੀ ਕਿਉਂਕਿ ਜਿਹੜੀ ਜ਼ਿੰਦਗੀ ਦੀ ਕਿਤਾਬ ਹੈ ਉਹ ਲਗਭਗ ਸਾਰੀ ਦੁਨੀਆ ਜਾਣਦੀ ਹੈ, ਜਾਣ ਚੁੱਕੇ ਹੈ। ਸੋ ਜਿੱਥੇ ਮੇਰੇ ਪਿਤਾ ਜੀ ਬਹੁਤ ਮਹਾਨ ਮਨੁੱਖ ਰਹੇ ਹੈ, ਜਿਨ੍ਹਾਂ ਦੇ ਸਦਕਾ ਅੱਜ ਅਸੀਂ ਇੱਥੇ ਖੜ੍ਹੇ ਹਾਂ, ਲੇਕਿਨ ਉਹਦੇ ਪਿੱਛੇ ਇੱਕ ਹੱਥ ਰਿਹਾ ਔਰ ਉਹਨਾਂ ਦੀ ਸਫਲਤਾ ਵਿੱਚ ਬਰਾਬਰ ਦਾ ਹਿੱਸਾ ਰਿਹਾ ਸਾਡੀ ਮਾਂ ਦਾ। ਇਸ ਮਾਂ ਨੇ ਵੀ ਉਨਾ ਹੀ ਬਰਾਬਰ ਦਾ ਹਿੱਸਾ ਪਾਇਆ ਹੈ ਸਾਨੂੰ ਸਾਰਿਆਂ ਭੈਣ ਭਰਾਵਾਂ ਨੂੰ, ਸਾਡੇ ਸਾਰੇ ਇਸ ਪਰਿਵਾਰ ਨੂੰ ਖੜ੍ਹੇ ਕਰਨ ਵਿੱਚ ਜਿੰਨਾ ਸਾਡੇ ਪਿਤਾ ਜੀ ਦਾ ਸੀ। ਸੋ ਅੱਜ ਅਸੀਂ ਆਪਣੀ ਮਾਂ ਕੋਲੋਂ ਕੁਛ ਯਾਦਾਂ ਸਾਂਝੀਆਂ ਕਰਾਂਗੇ, ਬਚਪਨ ਦੀਆਂ, ਜਵਾਨੀ ਦੀਆਂ, ਵਿਆਹ ਦੀਆਂ, ਸਾਡੇ ਹੋਣ ਦੀਆਂ, ਸਾਡੇ ਨਾਲ ਵਿਚਰਨ ਦੀਆਂ, ਰਹਿਣ ਦੀਆਂ। ਅਤੇ ਅੱਜ ਆਪਣੀ ਪੋਤਰੀ ਵਾਮਿਕਾ ਨੂੰ ਜਾਂ ਆਪਣੇ ਪੋਤਰੇ ਹਾਰਦਿਕ ਗੱਬੀ ਨੂੰ ਜਦੋਂ ਉਹ ਟੀਵੀ 'ਤੇ ਜਾਂ ਸਕਰੀਨ 'ਤੇ ਦੇਖਦੀ ਹੈ ਤਾਂ ਉਹਨੂੰ ਕੀ ਕੀ ਖਿਆਲ ਆਉਂਦੇ ਹੈ ਅਤੇ ਉਹਨੇ ਜਿਹੜੀ ਜ਼ਿੰਦਗੀ ਬਿਤਾਈ ਹੈ ਉਹਦੇ ਬਾਰੇ ਉਹਦੇ ਕੀ ਵਿਚਾਰ ਹੈ, ਇਹ ਸਭ ਗੱਲਾਂ ਅਸੀਂ ਕਰਾਂਗੇ। ਸੋ ਪੇਸ਼ ਹੈ ਪ੍ਰੋਗਰਾਮ ਬੋਲ ਮਿੱਟੀ ਦਿਆ ਬਾਵਿਆ ਦਾ ਪਹਿਲਾ ਐਪੀਸੋਡ, ਅਤੇ ਪੇਸ਼ ਹਨ ਸਾਡੇ ਨਾਲ ਸਾਡੀ ਮਾਂ ਬਚਨਾ ਦੇਵੀ। ਅੱਛਾ ਭਾਬੀ, ਨਾਨੀ ਦੱਸਦੀ ਹੁੰਦੀ ਸੀ ਵੀ ਜਦੋਂ ਪਾਕਿਸਤਾਨ ਬਣਿਆ ਤੇ ਤੂੰ ਉਹਦੇ ਕੁੱਛੜ ਹੁੰਦੀ ਸੀ, ਮਤਲਬ 3 ਸਾਲਾਂ ਦੀ ਸੀ, ਤੇ ਤੈਨੂੰ ਤੇ ਜ਼ਿਆਦਾ ਨਹੀਂ ਪਤਾ ਹੋਣਾ ਵੀ ਜਦੋਂ ਪਾਕਿਸਤਾਨ ਬਣਿਆ ਤੇ ਉਸ ਵੇਲੇ ਕੀ ਹੋਇਆ ਸੀ। ਕੁਛ ਤੈਨੂੰ ਜਦੋਂ ਪਾਕਿਸਤਾਨ ਬਣਨ ਤੋਂ ਬਾਅਦ ਤੁਸੀਂ ਇੱਧਰ ਆ ਗਏ, ਤੁਸੀਂ ਪਾਕਿਸਤਾਨ 'ਚ ਸੀ? ਨਹੀਂ ਹੈ ਤਾਂ ਸੀ ਪਾਕਿਸਤਾਨ 'ਚ, ਜਨਮ ਮੇਰਾ ਪਾਕਿਸਤਾਨ ਦਾ ਹੀ ਹੈ। ਤੇ ਮੈਨੂੰ ਪਾਕਿਸਤਾਨ ਦੀ ਗੱਲਬਾਤ ਦਾ ਕੋਈ ਪਤਾ ਨਹੀਂ। ਮੇਰੀ ਮਾਂ ਦੀ ਨਹੀਂ ਕਿ ਤੂੰ 3 ਸਾਲ ਦੀ ਸੀ ਜਦੋਂ ਪਾਕਿਸਤਾਨ ਬਣਿਆ। ਫਿਰ ਅਸੀਂ ਕਿੱਥੇ ਆਏ ਪਾਕਿਸਤਾਨ 'ਚੋਂ, ਕਹਿੰਦੇ ਨਾ ਕਿ ਅੰਮ੍ਰਿਤਸਰ ਆਏ ਸੀ। ਫਿਰ ਉਸ ਤੋਂ ਬਾਅਦ ਅਸੀਂ ਦੀਨਾਨਗਰ ਲਾਗੇ ਇੱਕ ਪਿੰਡ ਪੈਂਦਾ, ਉਹਨੂੰ ਕਹਿੰਦੇ ਨੇ ਚੌਕਰਾ ਮਰਾੜਾ, ਉੱਥੇ ਅਸੀਂ ਰਹੇ ਕੋਈ 2-3 ਸਾਲ। ਮਾਂ ਮੇਰੀ ਸੁਣਾਉਂਦੀ ਤੁਹਾਡੀ? ਹਾਂਜੀ ਹਾਂਜੀ, ਉੱਥੇ ਰਹੇ 3 ਸਾਲ। ਫਿਰ ਉਸ ਤੋਂ ਬਾਅਦ ਅਸੀਂ ਮੁਕੇਰੀਆਂ ਲਾਗੇ ਪਿੰਡ ਪਗਾਲਾ, ਅਸੀਂ ਉੱਥੇ ਆ ਗਏ। ਤੇਰਾ ਫਿਰ ਮਤਲਬ ਤੂੰ ਜਿਹੜੀ ਹੋਸ਼ ਸੰਭਾਲੀ ਉਹ ਬੰਗਾਲੇ ਆ ਕੇ ਸੰਭਾਲੀ? ਫਿਰ ਮੈਂ ਹੋਸ਼ ਜਿਹੜੀ ਸੰਭਾਲੀ ਆ ਨਾ, ਮੈਂ 6-7 ਸਾਲ ਦੀ ਸੀ ਜਦੋਂ ਮੈਂ ਬੰਗਾਲੇ ਆਈ। ਉਦੋਂ ਮੈਨੂੰ ਕੁਛ ਥੋੜਾ ਆਪਣੇ ਪਤਾ ਵੀ ਮੈਂ ਮਤਲਬ ਜਦੋਂ ਮੈਂ 7 ਸਾਲ ਦੀ ਸੀ, 7-8 ਸਾਲ ਦੀ ਸੀ ਜਦੋਂ ਮੇਰਾ ਡੈਡੀ ਪੂਰਾ ਹੋ ਗਿਆ। ਅੱਛਾ, ਤੁਹਾਡੇ ਜਿਹੜੇ ਨਾਨਾ ਜੀ ਆ ਉਹ ਮਤਲਬ ਪੂਰੇ ਹੋ ਗਏ ਸੀ, ਤੁਸੀਂ 7 ਸਾਲਾਂ ਦੇ ਸੀ? ਹਾਂਜੀ। ਤੇ ਹੋਰ ਵੀ ਭੈਣ ਭਰਾ ਸੀ ਕਿਤੇ? ਨਹੀਂ, ਉਸ ਵੇਲੇ ਮੈਂ ਇਕੱਲੀ ਸੀ। ਇਕੱਲੀ ਸੀ? ਹਾਂ, ਮੈਂ ਇਕੱਲੀ ਸੀ ਜਦੋਂ ਮੇਰਾ ਪਿਓ ਪੂਰਾ ਹੋਇਆ, ਮੈਂ ਇਕੱਲੀ ਸੀ। ਉਦੋਂ ਸਾਡੇ ਮਤਲਬ ਇੰਨਾ ਕਿ ਮੈਨੂੰ ਪਤਾ ਵੀ ਸਾਡੇ ਰੇਲਵੇ ਲਾਈਨ ਜਿਹੜੀ ਹੈ ਨਾ ਉਹ ਬਣਦੀ ਸੀ, ਪਠਾਨਕੋਟ ਜਲੰਧਰ ਦੀ ਰੇਲਵੇ ਲਾਈਨ ਜਿਹੜੀ ਹੈ ਨਾ ਉਹ ਬਣਦੀ ਸੀ। ਤੇ ਤੈਨੂੰ ਆਪਣੇ ਡੈਡੀ ਬਾਰੇ ਜਾਂ ਸਾਡੇ ਨਾਨੇ ਬਾਰੇ ਉਹਦੀ ਤੈਨੂੰ ਸ਼ਕਲ ਯਾਦ ਹੈ ਕੁਝ ਵੀ ਕਿੱਦਾਂ ਦਾ ਸੀਗਾ? ਕਦੇ ਕੋਈ ਫੋਟੋਗ੍ਰਾਫ ਉਹਨਾਂ ਦੇ ਨਾਲ? ਇੱਕ ਫੋਟੋਗ੍ਰਾਫ ਦੀ ਸਾਨੂੰ ਦੱਸਦੇ ਹੁੰਦੇ ਸੀ। ਇੱਕ ਫੋਟੋ ਹੈ ਸੀ ਉਹਨਾਂ ਦੀ, ਮੇਰੇ ਮਾਮੇ ਦੀ ਤੇ ਮੇਰੇ ਡੈਡੀ ਦੀ। ਅੱਛਾ। ਉਸ ਤੋਂ ਬਾਅਦ ਫੋਟੋ ਬਿਨੋ ਰੰਗਾਂ ਤੋਂ ਹੁੰਦੀਆਂ ਸੀ, ਮੈਂ ਛੋਟੀ ਜਿਹੀ ਸੀ। ਹੁਣ ਪਤਾ ਨਹੀਂ ਉਹ ਕਿੱਥੇ
ਇਹ ਕਿਤੇ ਹੈ ਵੀ ਹੈ ਕਿ ਨਹੀਂ ਅੱਛਾ ਇਹ ਦੱਸ ਵੀ ਜਦੋਂ ਤੁਸੀਂ ਫਿਰ ਭੰਗਾਲੇ ਆ ਗਏ ਤੇ ਉੱਥੇ ਫਿਰ ਜਿਹੜਾ ਸਾਡੇ ਦੂਸਰੇ ਨਾਨਾ ਜੀ ਜਿਹੜੇ ਹਾਂ ਜਿਨ੍ਹਾਂ ਨੂੰ ਅਸੀਂ ਨਾਨਾ ਜੀ ਕਹਿੰਦੇ ਆ ਰਹੇ ਆ, ਹਾਂਜੀ ਹਾਂਜੀ ਉਹ ਫਿਰ ਮਤਲਬ ਤੁਹਾਡੇ ਚਾਚਾ ਜੀ ਹੁੰਦੇ ਸੀ ਮੇਰਾ ਚਾਚਾ ਸੀ ਮੇਰਾ ਤੇ ਫਿਰ ਉਦੋਂ ਨਾਨੀ ਨੇ ਉਹਨੂੰ ਚਾਦਰ ਮਤਲਬ ਚਾਦਰ ਪਾ ਨੇ ਦਿੱਤੀ। ਫਿਰ ਉਹਦੇ ਤੇ ਚਾਦਰ ਪਾ ਲਈ ਹੂੰ, ਫਿਰ ਉਸ ਤੋਂ ਬਾਅਦ ਮੇਰੀਆਂ 2 ਭੈਣਾਂ ਇੱਕ ਮੇਰਾ ਭਰਾ ਹੂੰ, ਅਸੀਂ ਫਿਰ ਅਸੀਂ ਹੁਣ 3 ਭੈਣ ਭਰਾ 4 ਭੈਣ ਭਰਾ ਸੀ 3 ਭੈਣਾਂ ਤੇ ਕੁਛ ਨਾਨੀ ਨੇ ਤੈਨੂੰ ਕੁਝ ਗੱਲਾਂ ਸੁਣਾਈਆਂ ਸੀ ਵੀ ਜਦੋਂ ਪਾਕਿਸਤਾਨ ਤੇ ਜਾਂ ਹਿੰਦੁਸਤਾਨ ਬਣਿਆ ਸੀ ਉਸ ਵੇਲੇ ਕੋਈ ਪ੍ਰੋਬਲਮ ਆਈ ਸੀ ਤੁਹਾਨੂੰ ਜਾਂ ਕੁਛ ਇਸ ਤਰ੍ਹਾਂ ਦਾ? ਮਤਲਬ ਤੇ ਆਮ ਸੁਣਾਉਂਦੇ ਹੀ ਗੱਲਾਂ ਇਹੋ ਜਿਹੀਆਂ ਵੀ ਪ੍ਰੋਬਲਮਾਂ ਆਈਆਂ ਉਹ ਨਹੀਂ ਦੇਣੀ ਮਤਲਬ ਮੈਨੂੰ ਖਾਸ ਯਾਦ ਨਹੀਂ ਮੈਨੂੰ ਅੱਛਾ ਚੱਲ ਇਹ ਦੱਸ ਜਦੋਂ ਫਿਰ ਤੂੰ ਇੱਥੇ ਆ ਗਈ ਜਿਹੜੀ ਥੋੜੀ ਥੋੜੀ ਵੱਡੀ ਹੋਈ ਹੋਸ਼ ਸੰਭਾਲਣਾ ਸ਼ੁਰੂ ਕੀਤੀ ਤੇ ਉਹਨਾਂ ਦੇ ਨਾਲ ਤੁਸੀਂ ਕੀ ਕਰਦੇ ਹੁੰਦੇ ਸੀ? ਮਤਲਬ ਸਕੂਲ ਗਈ ਆ ਤੂੰ? ਨਹੀਂ ਸਕੂਲ ਭੇਜਿਆ ਹੀ ਨਹੀਂ ਕਿਉਂ? ਉਹਨੇ ਤੇਰੇ ਮਤਲਬ ਕੁੜੀਆਂ ਨੂੰ ਕੋਈ ਪੜਾਉਂਦਾ ਹੀ ਨਹੀਂ ਚਾਹਦੇ ਇਹ ਕੁੜੀਆਂ ਨੂੰ ਕੀ ਪੜਾਉਣਾ ਕੁੜੀਆਂ ਕਿਹੜੀਆਂ ਨੌਕਰੀਆਂ ਕਰਨੀਆਂ ਨਾਲੇ ਬਾਅਦ ਨਹੀਂ ਕੁੜੀਆਂ ਨੂੰ ਜਾਣਦੇ ਤੇ ਪੜਾਉਣਾ ਕਿੱਦਾਂ ਹੂੰ ਹਾਂ ਮੈਂ ਮਤਲਬ ਜਿਸ ਤਰ੍ਹਾਂ ਮੈਂ ਵੱਡੀ ਹੋਈ ਹੂੰ ਪਹਿਲੇ ਤਾਂ ਬਚਪਨ ਦੇ ਵਿੱਚ ਲੋਕਾਂ ਛਪਾਈਆਂ ਖੇਡ ਗੁੱਡੀਆਂ ਪਟੋਲੇ ਖੇਡ ਗੀਟੀਆਂ ਖੇਡ ਹੂੰ ਫਿਰ ਉਸ ਤੋਂ ਬਾਅਦ ਲਾਪੀ ਸਮਝਾਣ ਸਲਾਈਆਂ ਬੁਣਨਾ ਕਰੋਸ਼ੀਆ ਬੁਣਨਾ ਹੂੰ ਇਹੋ ਜਿਹੇ ਕੰਮ ਕਰਦੇ ਜੇ ਕੰਮ ਕਰਨਾ ਸ਼ੁਰੂ ਕੀਤੇ ਸਲਾਈਆਂ ਬੁਣਨੀਆਂ ਕਰੋਸ਼ੀਆ ਬੁਣਨਾ ਹੂੰ ਬਣਾਣਾ ਬੁਣਨੀਆਂ ਕੋਟੀਆਂ ਸਵੈਟਰਾਂ ਬੁਣਨੀਆਂ ਬਸ ਇਹ ਕੰਮ ਕੀਤਾ ਪੜੀ ਤਾਂ ਨਹੀਂ ਤੇ ਫਿਰ ਤੂੰ ਅੱਜ ਕੱਲ ਤੂੰ ਮਾੜਾ ਮੋਟਾ ਊੜਾ ਐੜਾ ਪੜ੍ਹ ਲੈਣੀ ਹੈ ਤੇ ਇਹ ਫਿਰ ਬਾਅਦ ਚ ਸਿੱਖਿਆ? ਇਹ ਤਾਂ ਮੈਂ ਮਤਲਬ ਇਹ ਤਾਂ ਮੈਂ ਊੜਾ ਮੈਂ ਸਿੱਖਿਆ ਆਪਣੇ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਸਿੱਖਿਆ? ਹਾਂ ਵਿਆਹ ਤੋਂ ਬਾਅਦ ਸਿੱਖਿਆ। ਤੇਰਾ ਵਿਆਹ ਕਿੰਨੀ ਉਮਰ ਚ ਕਰਦਾ ਸੀ ਹੋ ਗਿਆ ਸੀ ਤੇਰਾ ਕੁਛ ਹੈ ਯਾਦ ਮੈਂ 17 ਸਾਲਾਂ ਦੀ ਜਦੋਂ ਵਿਆਹ ਹੋ ਗਿਆ? ਜਦੋਂ ਮੇਰਾ ਵਿਆਹ ਹੋਇਆ। ਤੇ ਇਹ ਪਹਿਲਾ ਹੀ ਰਿਸ਼ਤਾ ਸੀ ਭਾਪੇ ਦਾ ਕਿ ਜਾਂ ਮਤਲਬ ਪਹਿਲੇ ਹੋਰ ਵੀ ਕੋਈ ਮੁੰਡੇ ਦੱਸੇ ਤੇ ਜਿਹੜੇ ਪਸੰਦ ਨਹੀਂ ਕੀਤੇ ਜਾਂ ਆਏ ਨਹੀਂ ਤੈਨੂੰ? ਨਹੀਂ ਮੇਰਾ ਪਹਿਲਾ ਹੀ ਹੋਇਆ ਪਹਿਲਾ ਮਤਲਬ ਭਾਪੇ ਦਾ ਰਿਸ਼ਤਾ ਆਇਆ ਹਾਂ ਤੇ ਪਹਿਲਾ ਹੀ ਪਹਿਲਾ ਅੱਛਾ। ਕੋਈ ਰਿਸ਼ਤਾ ਨਹੀਂ ਮੇਰਾ ਹੋਇਆ ਪਹਿਲਾ ਹੀ ਪਹਿਲਾ ਮੇਰਾ ਰਿਸ਼ਤਾ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ 3-4 ਸਾਲ ਵਿਆਹ ਹੋਏ ਤੇ ਉਹਦਾ ਰਿਸ਼ਤਾ ਹੋਏ ਤੇ ਹੋਇਆ ਹੂੰ ਫਿਰ ਉਸ ਤੋਂ ਬਾਅਦ ਵਿਆਹ ਹੋ ਗਿਆ ਹੂੰ ਪਾਪਾ ਤੇਰਾ ਫੌਜੀ ਨੇ ਬਾਹਰ ਨਹੀਂ ਅੱਛਾ ਤੇ ਇਹ ਗੱਲ ਸੁਣਾ ਜਦੋਂ ਪਾਪਾ ਦਾ ਨਾਲ ਤੇਰਾ ਰਿਸ਼ਤਾ ਹੋ ਗਿਆ ਪਾਪਾ ਤੈਨੂੰ ਦਿਖਣ ਵੀ ਆਇਆ ਹੋਣਾ? ਨਹੀਂ 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 ਹਾਂ ਉਹਨੇ ਜਿਹੜੇ ਕੌਣ ਦਿਖਦਾ ਸੀ ਇਹ ਕਿਸੇ ਵਿਚੋਲੇ ਨੇ ਕਰਾਇਆ ਸੀ? ਆਪ ਚੋਲੇ ਨੇ ਕਰਾਇਆ ਸੀ ਹਾਂ ਉਹਨੂੰ ਜਿਹੜੇ ਦਿਖਦਾ ਕੋਈ ਨਹੀਂ ਕੋਈ ਕਿਸੇ ਨੂੰ ਦੇਖਦਾ ਨਹੀਂ ਕੋਈ ਪੁੱਛਦਾ ਨਹੀਂ ਕੋਈ ਕੁੜੀ ਚੰਗੀ ਹੈ ਜਾਂ ਮੁੰਡਾ ਚੰਗਾ ਹੂੰ ਬਸ ਇਹ ਆਂਦੇ ਕੋਈ ਕੁੜੀ ਹੈ ਮੁੰਡਾ ਹੈ ਹੂੰ ਠੀਕ ਹੈ ਕੋਈ ਵੀ ਨਹੀਂ ਦੇਖਦਾ ਹੁਣ ਤੇ ਹਾਣ ਮੰਗਲ ਦੇਖਦੇ ਨੇ ਵੀ ਇੱਕੋ ਜਿਹੇ ਬਰਾਬਰ ਤੇ ਹੋਣਾ ਉਹਨੇ ਜਾਨੀ ਭਾਵੇਂ ਕੁੜੀ 5 ਫੁੱਟ ਹੋਵੇ ਤੇ ਮੁੰਡਾ ਭਾਵੇਂ 7 ਫੁੱਟ ਹੋਵੇ ਹਾਂ ਇਹ ਜਿਹੜਾ ਗੱਲਾਂ ਕੋਈ ਕੋਈ ਅੱਛਾ ਤੇ ਜਦੋਂ ਫਿਰ ਪਾਪੇ ਨਾਲ ਤੇਰਾ ਵਿਆਹ ਹੋ ਗਿਆ ਤੇ ਫਿਰ ਤੂੰ ਆਪਣੇ ਸਹੁਰੇ ਪਿੰਡ ਆ ਗਈ? ਹਾਂ ਜਦੋਂ ਹੂੰ ਵਿਆਹ ਮੇਰਾ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਮਾੜਾ ਮੋਟਾ ਪੜ੍ਹਨਾ ਲਿਖਣਾ ਸ਼ੁਰੂ ਕੀਤਾ ਹੂੰ ਤੂੰ ਪੰਜਾਬੀ ਪਾਪੇ ਨਾਲ ਕਿਤੇ ਗਈ ਵੀ ਹੈਗੀ ਹੈ ਕਿਤੇ ਨਹੀਂ, ਕੋਈ ਤੈਨੂੰ ਲੈ ਕੇ ਗਿਆ ਜਦੋਂ ਪਹੁੰਚ ਨਹੀਂ ਗਈ? ਨਹੀਂ ਨਹੀਂ ਉਹ ਚੋਂ ਕੀ ਲੈ ਕੇ ਜਾਣਾ ਸੀ ਹੂੰ 1 ਸਾਲ ਤੋਂ ਹੀ ਮੇਰਾ ਜੀ ਵਿਆਹ ਹੋਇਆ ਤੇ ਜਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੋਂ 1 ਸਾਲ ਤੋਂ ਬਾਅਦ ਹੀ? ਹਾਂ 1 ਸਾਲ ਤੋਂ ਬਾਅਦ ਅੱਛਾ ਹਾਂ ਤੇ ਮੈਨੂੰ ਇੰਨਾ ਕਿ ਯਾਦ ਆ ਪਈ 16 17 18 ਫਰਵਰੀ ਨੂੰ ਮੇਰਾ ਵਿਆਹ ਹੋਇਆ ਹੂੰ ਤੇ 28 29 ਫਰਵਰੀ ਤੱਕ ਹੂੰ ਉਹਨਾਂ ਦਾ ਐਕਸੀਡੈਂਟ ਹੋ ਗਿਆ ਮਤਲਬ ਪੂਰਾ ਇੱਕ ਸਾਲ ਹੀ ਸਾਲ ਹੋਇਆ ਬਾਅਦ? ਸੀ, ਸਾਲ ਬਾਅਦ ਹਾਂ, ਅੱਛਾ। ਸਾਲ ਬਾਅਦ ਹੂੰ ਸਾਲ ਤੋਂ ਕੋਈ 10-20 ਦਿਨ ਉੱਪਰ ਹੋਣੇ ਨਾ ਕੋਈ 5-7 ਜਾਂ ਹਫਤਾ ਲਾ ਲਓ ਜਾਂ 10 ਦਿਨ ਲਾ ਲਓ ਵਿਆਹ ਤੋਂ ਬਾਅਦ ਹੂੰ 1 ਸਾਲ ਤੋਂ ਬਾਅਦ ਹੂੰ ਫਿਰ ਐਕਸੀਡੈਂਟ ਹੋ ਗਿਆ ਆ ਕੇ ਘਰ ਆ ਗਿਆ ਤੇ ਹੂੰ ਤੇ ਦੱਸ ਜਦੋਂ ਕਿਹੜੀਆਂ ਭਾਪੇ ਦਾ ਐਕਸੀਡੈਂਟ ਹੋ ਗਿਆ ਸੀ ਤੇ ਫਿਰ ਅਜੇ ਤੁਹਾਡੇ ਵਿਆਹ ਹੋਇਆ ਨੂੰ ਮੁਸ਼ਕਲ ਨਾਲ ਸਾਲ ਹੀ ਹੋਇਆ ਹਾਂ ਸੀ? ਸਾਲ ਹੀ ਹੋਇਆ ਸੀ ਇਹ ਮੇਰੇ ਵਿਆਹ ਤੋਂ ਬਾਅਦ 2 ਵਾਰੀ ਤੇ ਛੁੱਟੀ ਆਇਆ ਅੱਛਾ 1 ਵਾਰੀ ਛੁੱਟੀ ਆਇਆ ਉਦੋਂ 6 ਮਹੀਨੇ ਹੋ ਗਿਆ ਸੀ ਹੂੰ ਫਿਰ ਉਸ ਤੋਂ ਬਾਅਦ ਛੁੱਟੀ ਉਹੀ ਛੁੱਟੀ ਆਇਆ ਜੇ ਛੁੱਟੀ ਮਤਲਬ ਐਕਸੀਡੈਂਟ ਹੋ ਗਿਆ ਚੋਟ ਹੀ ਲੱਗ ਗਈ ਉਦੋਂ ਆਇਆ 2 ਹੀ ਛੁੱਟੀਆਂ ਆਇਆ ਅੱਛਾ ਤੇ ਉਸ ਲਈ ਮੇਰਾ ਜਨਮ ਹੋ ਗਿਆ ਸੀ? ਤੇਰਾ ਅੱਛਾ, ਨਹੀਂ। ਜਨਮ ਨਹੀਂ ਬਾਅਦ ਚ ਹੋਇਆ? ਤੇਰਾ ਜਨਮ ਤੇ ਜਾ ਕੇ ਸਹੀ ਗੱਲ ਦੱਸ ਵੀ ਜਦੋਂ ਭਾਪੇ ਦਾ ਐਕਸੀਡੈਂਟ ਹੋ ਗਿਆ ਉਹਦਾ ਇੱਕ ਹੱਥ ਚਲਾ ਗਿਆ ਤੇ ਜਦੋਂ ਫਿਰ ਉਹ
ਜਿੱਦਾਂ ਪਾਪਾ ਦੱਸਦਾ ਹੁੰਦਾ ਸੀ ਕਿ ਉਹ ਇਲਾਜ ਕਰਵਾ ਰਿਹਾ ਸੀ, ਤੇ ਉਸ ਵੇਲੇ ਫਿਰ ਮਤਲਬ ਕਦੇ ਤੇਰੇ ਦਿਲ 'ਚ ਆਇਆ ਨਹੀਂ ਵੀ ਅਜੇ ਵੀ ਕੀ ਵੀ ਹੁਣ ਇਹ ਤੇ ਬੰਦਾ ਜਿਹੜਾ ਹੈ ਬੇਕਾਰ ਹੋ ਗਿਆ ਹੈ? ਉਹ ਤਾਂ ਨੌਕਰੀ ਸੀਗਾ, ਫੌਜ 'ਚ ਸੀ, ਤੇਰੇ ਦਿਮਾਗ 'ਚ ਕਦੇ ਕੋਈ ਫਤੂਰ ਨਹੀਂ ਆਇਆ ਵੀ ਛੱਡ ਪਰੇ ਹੋਣੇ ਤੇ ਬੰਦੇ ਦੇ ਕੀ ਬੱਲੇ? ਨਹੀਂ ਨਹੀਂ, ਕੋਈ ਵੀ ਕਰਾ ਕੇ ਕੋਲ ਨਹੀਂ ਆਇਆ। ਐਕਸੀਡੈਂਟ ਹੋ ਗਿਆ, ਹਸਪੀਟਲ ਚਲੇ ਗਿਆ, ਮਤਲਬ ਉਹਨੇ ਦਿਲ ਨਹੀਂ ਹੁੰਦੀਆਂ ਕਿ ਕੁੜੀਆਂ ਹੁਸ਼ਿਆਰ ਵੀ ਨਹੀਂ ਹੁੰਦੀਆਂ, ਇੰਨੀਆਂ ਮਤਲਬ ਸਿੱਧੀਆਂ ਸਾਰੀਆਂ ਹੁੰਦੀਆਂ ਸੀ, ਇੰਨੀਆਂ ਕੋਈ ਹੁਸ਼ਿਆਰ ਥੋੜੀ ਹੁੰਦੀਆਂ ਜਿਸ ਅੱਜ ਦੇ ਜ਼ਮਾਨੇ ਵਾਲਾ ਲੱਗਾ। ਨਹੀਂ ਤੇਰੀਆਂ ਸਹੇਲੀਆਂ ਨੇ ਜਾਂ ਤੇਰੇ ਭਰਾ ਹੋਰ ਕਿਸੇ ਨੇ ਤੈਨੂੰ ਕੋਈ ਪੱਟੀ ਨਹੀਂ ਪੜਾਈ ਵੀ ਛੱਡ ਪਰੇ? ਪੱਟੀ ਮੈਨੂੰ ਕੀ ਪੜਾਣੀ ਸੀ ਭਈ, ਪਾਪਾ ਤੇਰਾ ਹੀ ਆਖਣ ਲੱਗ ਪਿਆ ਸੀ ਵੀ ਤੂੰ ਇਸ ਤਰ੍ਹਾਂ ਕਰ ਵੀ। ਉਦੋਂ ਅਜੇ ਮਹੀਨਾ ਕਿ ਚਲੋ ਹੋ ਗਿਆ ਮੈਂ ਸੱਟ ਲੱਗੇ ਤੇ ਕਹਿੰਦਾ ਭਈ ਤੂੰ ਇਸ ਤਰ੍ਹਾਂ ਕਰ ਭਈ। ਮੈਂ ਤੇ ਹੁਣ ਇਸ ਤਰ੍ਹਾਂ ਦਾ ਹੋ ਗਿਆ, ਬੰਜਲਾ ਹੋ ਗਿਆ, ਤੇ ਉਹ ਜੇ ਲੰਮੇ ਸੋਹਣੇ ਸੁਨੱਖੀ ਜਵਾਨ ਤੂੰ ਕਿਤੇ ਆਪਣੀ ਸ਼ਾਦੀ ਹੋਰ ਕਰ ਲੈ। ਅੱਛਾ, ਮੈਂ ਤੈਨੂੰ ਜਿਸ ਤਰ੍ਹਾਂ ਲਿਆਇਆ ਸੀ ਮੈਂ ਤੈਨੂੰ ਉਸ ਤਰ੍ਹਾਂ ਹੀ ਤੇਰੇ ਮਾਂ ਪਿਓ ਦੇ ਘਰ ਤੈਨੂੰ ਮੈਂ ਛੱਡ ਆਂਦਾ। ਪਾਪੇ ਨੇ ਗੱਲ ਕਹੀ? ਹਾਂ, ਮੈਨੂੰ ਮਿਲਿਆ ਅਸੀਂ ਬਾਹਰ ਗਰਾਊਂਡ ਚਾਲ ਕੇ ਹਸਪੀਟਲ ਤੋਂ ਬਾਹਰ ਆ ਕੇ ਇਹ ਗੱਲਾਂ ਬਾਤਾਂ ਕਰ ਪਈਆਂ, ਤੇ ਮੈਂ ਕਿਤੇ ਸਾਧ ਬਣ ਜਾਵਾਂਗਾ, ਮੈਂ ਆਪਣੀ ਜ਼ਿੰਦਗੀ ਪੂਰੀ ਕਰਾਂਗਾ। ਸੁਣਦੀ ਰਹੀ। ਉਸ ਵੇਲੇ ਮੇਰਾ ਦਿਮਾਗ ਨੇ ਕੰਮ ਕੀਤਾ ਵੀ ਜਿਹੜਾ ਮੈਂ ਮਤਲਬ ਉਹਨੂੰ ਉਸ ਵੇਲੇ ਵਾਇ ਦਿੱਤੀ। ਮੈਂ ਕਿਹਾ ਵੀ ਮੇਰੀ ਗੱਲ ਸੁਣ, ਜਿੱਦਣ ਮੇਰੀ ਤੇਰੀ ਸ਼ਾਦੀ ਹੋਈ ਸੀ ਉਦੋਂ ਤੂੰ ਕੁਛ ਇਹੋ ਜਿਹਾ ਥੋੜਾ ਹੈ, ਜਿੱਥੇ ਸਾਧ ਬਣ ਕੇ ਤੂੰ ਬੈਠੇਗਾ ਨਾ ਉੱਥੇ ਮੈਂ ਵੀ ਬੈਠਾਂਗੀ ਤੇਰੇ ਨਾਲ। ਮੈਂ ਤੈਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੀ। ਅੱਛਾ, ਕਹਿੰਦਾ ਤੂੰ ਜਾ ਸਕਦੀ ਹੈ, ਤੇਰੀ ਸ਼ਾਦੀ ਤੇਰਾ ਮਾਂ ਪਿਓ ਹੋਰ ਕਰ ਦੇਗਾ, ਤੂੰ ਆਪਣੇ ਠੀਕ ਆਪਣੇ ਮੁਕਾਬਲੇ ਦਾ ਮਤਲਬ ਦੋਨਾਂ ਹੱਥਾਂ ਵਾਲਾ ਬੰਦਾ ਮਤ ਨੂੰ ਮੋੜਾ ਮਿਲ ਜੇਗਾ ਤੇ ਚੰਗੀ ਗੱਲ ਹੈ। ਮੈਂ ਕਿਹਾ ਨਹੀਂ, ਜੋ ਮੇਰੀ ਕਿਸਮਤ 'ਚ ਸੀ ਉਹ ਹੋ ਗਿਆ, ਠੀਕ ਹੈ ਕੋਈ ਗੱਲ ਨਹੀਂ। ਤੇ ਜੇ ਤੂੰ ਉਸ ਵੇਲੇ ਛੱਡ ਦਿੰਦੀ ਤੇ ਫਿਰ? ਜੇ ਮੈਂ ਉਸ ਵੇਲੇ ਇਹਨੂੰ ਛੱਡ ਦਿੰਦੀ ਤੇ ਉਹਦੀ ਆਪਣੀ ਚਾਰੇ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ। ਨਾ ਉਹਨੂੰ ਕਿਸੇ ਨੇ ਝੱਲਣਾ ਸੀ, ਘਰਦਿਆਂ ਉਹਨੂੰ ਨਹੀਂ ਝੱਲਣਾ। ਜੋ ਇੱਕ ਹੱਥ ਲਾ ਲਓ, ਹੋ ਸਕਦਾ ਉਸ ਵੇਲੇ ਕੋਈ ਹੋਰ ਕੁਛ ਕਰਦਾ, ਜੇ ਬਾਹਰ ਨਿਕਲ ਜਾਂਦਾ ਸਾਧੂ। ਜੇ ਪਹਿਲੇ ਆਖਦਾ ਵੀ ਮੈਂ ਸਾਧੂ ਬਣ ਜਾ, ਹੋ ਸਕਦਾ ਬਾਹਰ ਚਲੇ ਜਾਂਦਾ ਕਿਤੇ। ਵੀ ਨਹੀਂ, ਮੈਂ ਇਹ ਕਿਹੜਾ ਉਹਨੂੰ ਮੌਕਾ ਨਹੀਂ ਆਣ ਦਿੱਤਾ। ਮੈਂ ਕਿਹਾ ਵੀ ਮੇਰੀ ਗੱਲ ਸੁਣ, ਜਿੱਥੇ ਤੂੰ ਜਾਏਗਾ ਮੈਂ ਤੇਰੇ ਨਾਲ ਰਵਾਂਗੀ। ਸਾਧੂ ਬਣੇਗਾ, ਜੇ ਕੋਈ ਦਿਨੋਂ 2 ਰੋਟੀਆਂ ਦੇਗਾ ਤੇ ਮੈਨੂੰ ਮਿਲੇਗਾ, ਜੇ ਮੈਨੂੰ ਮੰਗਣਾ ਵੀ ਪਏਗਾ ਤਾਂ ਮੈਂ ਤੇਰੇ ਨਾਲ ਮੰਗਾਂਗੀ। ਅੱਛਾ, ਤੇ ਮੈਂ ਛੱਡ ਕੇ ਨਹੀਂ ਤੈਨੂੰ ਮੈਂ ਜਾ ਸਕਦੀ। ਅੱਛਾ, ਇਹ ਦੱਸ ਫਿਰ ਜਦੋਂ ਫਿਰ ਤੁਸੀਂ ਦੋਨਾਂ ਨੇ ਡਿਸਾਈਡ ਕਰ ਲਿਆ ਆਪਸ ਵਿੱਚ ਕਿ ਹੁਣ ਅਸੀਂ ਇਕੱਠੀ ਜ਼ਿੰਦਗੀ ਕੱਟਣੀ ਹੈ ਜਿੱਦਾਂ ਦੀ, ਕਿਉਂਕਿ ਪਾਪਾ ਸਾਡਾ ਫੌਜ 'ਚ ਸੀ। ਹਾਂ ਬਿਲਕੁਲ। ਉਹ ਹੁਣ ਇੱਕਦਮ ਉਹਨੂੰ ਵਿਚਾਰੇ ਨੂੰ ਜਿੱਥੋਂ ਉਹਨੇ ਦੱਸਿਆ ਸਾਨੂੰ ਵੀ ਉਹਨੂੰ ਨੌਕਰੀ ਤੋਂ ਵੀ ਛੁੱਟੀ ਹੋ ਗਈ, ਸਭ ਕੁਝ ਪੈਨਸ਼ਨ ਵੀ ਨਹੀਂ ਮਿਲੀ, ਹਾਂ ਕੁਝ ਸਭ ਤੇ ਕੁਝ ਨਹੀਂ ਫਿਰ ਮਿਲਿਆ। ਰੋਜੀ ਰੋਟੀ ਦੇ ਲਾਲੇ ਪਏ ਹੋਣੇ ਦੋਨੋਂ, ਹੈਨਾ? ਹਾਂਜੀ ਹਾਂਜੀ। ਤੇ ਫਿਰ ਤੁਸੀਂ ਜਿਸ ਤਰ੍ਹਾਂ ਫਿਰ ਪਾਪੇ ਨੇ ਉਧਰੋਂ ਵਾਪਸ ਆ ਗਏ ਤੇ ਨੌਕਰੀ ਸ਼ੁਰੂ ਕਰਤੀ ਸੀ ਚਪੜਾਸੀ ਦੀ। ਚੜਾਸੀ ਤੇ ਉਸਲੇ ਫਿਰ ਮਤਲਬ ਤੈਨੂੰ ਕਦੇ ਕਦੇ ਤੇਰੇ ਦਿਲ 'ਚ ਆਉਂਦਾ ਨਹੀਂ ਸੀ ਕਿ ਮੈਂ ਤੇ ਇੱਕ ਫੌਜੀ ਨਾਲ ਮੈਂ ਵਿਆਹੀ ਸੀ ਤੇ ਹੁਣ ਇਹ ਚਪੜਾਸੀ ਬਣ ਗਿਆ ਹੈ, ਇੱਕ ਹੱਥ ਦਾ ਮਾਲਕ ਵੀ ਨਹੀਂ ਹੈ? ਤੈਨੂੰ ਕਦੇ ਕਦੇ ਤੇਰੇ ਦਿਲ 'ਚ ਕਦੇ ਨਹੀਂ ਆਈ ਇਹ ਗੱਲ ਵੀ ਨਹੀਂ ਵੀ ਮੇਰੇ ਨਾਲ? ਜੇ ਸਮਝੇ ਤੂੰ ਮੇਰੀ ਗੱਲ ਨੂੰ ਕਿ ਮੈਂ ਸੱਚ ਬੋਲਦੀ ਪਈ ਆ, ਇਹ ਤਾਂ ਮੇਰਾ ਹੀ ਮਾਨ ਹੈ, ਮੈਂ ਸੱਚ ਬੋਲੇ ਕਰਨੀ ਆ ਜਾਂ ਮੈਂ ਝੂਠ ਬੋਲੇ ਕਰਨੀ। ਮੇਰੇ ਮਨ ਦੇ ਵਿੱਚ ਇੱਕ ਜਰਾ ਪਰ ਵੀ ਇਕੜਾ ਸਵਾਲ ਨਹੀਂ ਉੱਠਦਾ ਹੁੰਦਾ ਵੀ ਮਤਲਬ ਇਹ ਇਸ ਤਰ੍ਹਾਂ ਤੇ ਮੈਂ ਇਸ ਤਰ੍ਹਾਂ ਆ। ਅਸੀਂ ਕਿਤੇ ਇਕੱਠੇ ਦੋਵੇਂ ਜਣੇ ਜਾਂਦੇ ਸੀ ਨਾ, ਤੇ ਅੱਗੋਂ ਕੋਈ ਆਇਆ ਕਰਦਾ ਜਾਂ ਕੋਈ ਪਿੱਛੋਂ ਆਇਆ ਕਰਦਾ, ਉਹ ਸਾਡੇ ਵੱਲ ਚਲਦਿਆਂ ਵੱਲ ਦੇਖਦਾ ਸੀ ਨਾ, ਤੇ ਇਹਨੂੰ ਉਹਦੇ ਵੱਲ ਪਿੱਛੇ ਮੁੜ ਕੇ ਦੇਖਣਾ ਵੀ ਜਿਹੜਾ ਬੰਦਾ ਲੰਘ ਕੇ ਗਿਆ ਨਾ, ਇਹ ਜ਼ਰੂਰ ਇਹਦੇ ਵੱਲ ਦੇਖਣਾ। ਅੱਛਾ, ਮਤਲਬ ਇਹ ਭਾਵਨਾ ਵਿੱਚ ਆ ਜਾਂਦੀ ਸੀ, ਇਹਦੇ ਚ ਆ ਜਾਂਦੀ ਸੀ ਵੀ ਮੈਂ ਮਾੜਾ ਆ, ਤੇ ਫਿਰ ਵੀ ਇਹ ਬੰਦਾ ਜਿਹੜਾ ਇਹਦੇ ਵੱਲ ਦੇਖਦਾ, ਤੇ ਮੈਂ ਜਿਹੜੇ ਇਹਨੂੰ ਇਹ ਗੱਲ ਕਹਿਣ ਮੈਂ ਕਹਣਾ ਕਿ ਤੂੰ ਇਹ ਕਿਹੜਾ ਪਰਮ ਨਾ ਕਰੇ ਕਰ, ਠੀਕ ਹੈ। ਮੈਂ ਫਿਰ ਉਹਨੂੰ ਇਹ ਗੱਲ ਵੀ ਆਪਣੀ ਕਿਸਮਤ ਹੈ, ਮੇਰੇ ਮਾਂ ਪਿਓ ਨੇ ਮੈਨੂੰ
ਫੌਜੀ ਦੇ ਲੜ ਲਾਇਆ ਹੂੰ ਤੋ ਜਿਹੜਾ ਕੋਈ ਰਾਜਾ ਦੱਸਦੇ ਨਾ ਉਹਨੂੰ ਕੋੜੇ ਦੇ ਲੜ ਲਾਈ ਸੀ ਹੂੰ ਤਾਂ ਉਹਦੀ ਵੀ ਤਾਂ ਉਮਰ ਮਤਲਬ ਕਿਸਮਤ ਆਪਣੀ ਹੈ ਹੂੰ ਕੋਈ ਗੱਲ ਨੀ। ਅੱਛਾ ਫਿਰ ਇਹ ਦੱਸ ਫਿਰ ਜਦੋਂ ਪਾਪਾ ਉਹਦੇ ਚਪੜਾਸੀ ਲੱਗਿਆ ਤੇ ਉਹਨਾਂ ਦੇ ਨਾਲ ਤੂੰ ਵੀ ਕੋਈ ਕੰਮ ਕਰਦੀ ਹੁੰਦੀ ਸੀ ਕੋਈ ਮੈਂ- ਮਾੜਾ ਮੋਟਾ ਕੋਈ ਹੱਥ ਹਾਂ। ਵਟਾਉਂਦੀ ਸੀ ਉਸ ਵੇਲੇ ਮੈਂ ਸਿਰਫ ਇੱਕ ਮਸ਼ੀਨ ਦਾ ਕੰਮ ਕਰਦੀ ਸੀ ਮਤਲਬ ਕੱਪੜੇ ਹਾਂ ਸੀਂਦਾ ਕੱਪੜੇ ਸਿਲਦਾ ਉਹ ਮੈਂ ਸਿੰਦੀ ਸੀ ਨਹੀਂ ਲੋਕਾਂ ਦੇ ਵੀ ਸੀ ਲੈਂਦੇ ਲੋਕਾਂ ਦੇ ਸੀ ਉਹਦੇ ਵਿੱਚੋਂ ਕੁਝ ਪੈਸੇ ਪੂਸੇ ਮਿਲਦੇ ਹਾਂ ਮਤਲਬ ਉਹਨੇ ਜਿਹੜੇ ਪੈਸੇ ਕਿ ਬਚਦੇ ਸੀ ਜਿੰਨੇ ਵੀ ਮਿਲਦੇ ਸੀ ਮਤਲਬ ਮਤਲਬ ਮਹੀਨਾ ਭਰ ਕੰਮ ਕਰਨਾ ਤੇ ਉਹਨੇ ਜਿਹੜੇ 4 ਆਨੇ ਤੇ ਸੂਟ ਦੀ ਸਿਲਾਈ ਸੀ ਹੂੰ ਅੱਛਾ 6 ਆਨੇ ਸੂਟ ਦੀ ਸਿਲਾਈ ਸੀ ਪਜਾਮੇ ਕੁਰਤੇ ਤੇ 4 ਆਨੇ ਦਿੰਦੀ ਹੂੰ ਤਾਂ ਮਸਾਂ ਮਹੀਨੇ ਦੇ 6-7 ਰੁਪਏ ਬਣਦੇ ਹੂੰ ਤੇ 60-70 ਰੁਪਏ ਤੇ ਮਤਲਬ ਤੂੰ ਵੀ ਜਦੋਂ ਪਾਪਾ ਉੱਥੇ ਉਹ ਲੱਗਿਆ ਤੇ ਤੂੰ ਨਾਲ ਹਾਂਜੀ, ਕੱਪੜੇ ਹਾਂਜੀ। ਕੁਪੜੇ ਸੀਣਾ ਸ਼ੁਰੂ ਕਰ ਕੱਪੜੇ ਦਿੱਤੇ ਸੀਣਾ ਮੈਂ ਸ਼ੁਰੂ ਕਰ ਦਿੱਤੇ ਤੇ ਫਿਰ ਜਿਸ ਤਰ੍ਹਾਂ ਮੈਨੂੰ ਪਤਾ ਹੈ ਤੇ- ਪਾਪਾ ਜੀ ਤੁਸੀਂ ਦੱਸਿਆ ਕਿ ਫਿਰ ਇਹ ਪਾਪੇ ਦਾ ਐਕਸੀਡੈਂਟ ਹੋਇਆ ਸੀ 1961 ਵਿੱਚ ਹੂੰ। 62 ਵਿੱਚ ਜਾਂ 61 ਹਾਂ ਵਿੱਚ ਤੇ ਫਿਰ ਪਾਪਾ ਚਪੜਾਸੀ ਲੱਗਿਆ ਤੇ ਮਤਲਬ ਫਿਰ 1966 ਚ ਫਿਰ ਮੇਰਾ ਜਨਮ ਹੁੰਦਾ ਹੈ ਨਾ ਜਦੋਂ ਪਾਪ ਤੇਰਾ ਹਾਂ 1966 ਚ ਹਾਂ 66 ਚ ਮੇਰਾ ਜਨਮ ਹੁੰਦਾ ਹੈ ਤੇ ਜੇ ਦੱਸ ਲੜਾਈ ਜਦੋਂ ਚ ਹਾਂ, ਪਾਪ ਤੇਰਾ ਉੱਥੇ ਲੱਗਾ ਸੀ ਠੀਕ ਹੈ ਜਦੋਂ ਫਿਰ ਮੇਰਾ ਜਨਮ ਹੋਇਆ ਤੇ ਫਿਰ ਉਸ ਵੇਲੇ ਤੁਹਾਨੂੰ ਕੀ ਮਹਿਸੂਸ ਹੋਇਆ ਉਸ ਵੇਲੇ ਤੁਹਾਨੂੰ ਕੀ ਲੱਗਿਆ ਵੀ ਹੁਣ ਅੱਗੇ ਕੀ ਹੋਏਗਾ ਇਸ ਤਰ੍ਹਾਂ ਜਿਸ ਵੇਲੇ ਤੇਰਾ ਜਨਮ ਹੋਇਆ ਨਾ ਹੂੰ ਤੇ ਪਾਪੇ ਤੇਰੇ ਨੇ 2-3 ਦਿਨ ਦਾ ਹੀ 4 ਦਿਨ ਦਾ ਹੀ ਉਸ ਵੇਲੇ ਹੂੰ ਉਸ ਵੇਲੇ ਇੰਨੀ ਪਾਪੇ ਤੇਰੇ ਨੂੰ ਖੁਸ਼ੀ ਸੀ ਕਿ ਮੇਰਾ ਇਸ ਵੇਲੇ ਦੂਸਰਾ ਹੱਥ ਹੂੰ ਤਿਆਰ ਹੋ ਗਿਆ ਹੂੰ ਇਹ ਮੇਰਾ ਦੂਸਰਾ ਹੱਥ ਹੈ ਹੂੰ ਉਹਨਾਂ ਪਹਿਲੇ ਤੇਰਾ ਹੱਥ ਫੜ ਕੇ ਹੂੰ ਆਪਣੇ ਵਿੱਚੋਂ ਬਾਂਹ ਜਿਹੜੀ ਹੈ ਨਾ ਉਹ ਦਿੰਦਾ ਸੀ ਹੂੰ ਤੇ ਇਹ ਮੇਰਾ ਬੇਟਾ ਹੋਇਆ ਮੇਰਾ ਅੱਛਾ ਚਲੋ ਬੜੀ 5 ਸਾਲ ਬਾਅਦ ਤੇ ਵਿਆਹ ਤੋਂ ਬਾਅਦ 4-5 ਸਾਲ ਬਾਅਦ ਤੇਰਾ ਜਨਮ ਹੋਇਆ ਹੂੰ ਫਿਰ ਇੰਨੇ ਕੁ ਖੁਸ਼ੀ ਮਤਲਬ ਹੋਈ ਹੂੰ ਚਲੋ ਭਈ ਹੁਣ ਠੀਕ ਹੈ ਬੱਚਾ ਜਵਾਨ ਹੋਏਗਾ ਨਹੀਂ ਸੋ ਮੇਰੇ ਜਨਮ ਹੋਣ ਨਾਲ ਤੇ ਤੁਹਾਡੇ ਉੱਪਰ ਬੋਝ ਹੋਰ ਨਹੀਂ ਵਧ ਗਿਆ ਸੀ ਨਾ, ਵੀ ਨਾ, ਤੇ ਨਾ, ਖਰਚਾ ਵਧ ਗਿਆ ਨਾ, ਵਧਿਆ ਨਹੀਂ ਹਾਂ। ਅਸੀਂ ਬੜਾ ਖੁਸ਼ ਇਸ ਗੱਲ ਵੀ ਹੂੰ ਵੀ ਮੈਂ ਮਤਲਬ ਇਸ ਤਰ੍ਹਾਂ ਆ ਹੂੰ ਤੇ ਸਾਡੇ ਘਰ ਬੱਚਾ ਹੋ ਗਿਆ ਬੇਟਾ ਹੋਇਆ ਹੂੰ ਤੇ ਸਾਡਾ ਮਤਲਬ ਅੱਛਾ ਫਿਰ ਉਸ ਤੋਂ ਬੇਟੀ- ਬਾਅਦ ਇਹ ਦੱਸੋ ਫਿਰ ਜਿਸ ਤਰ੍ਹਾਂ ਉਸ ਤੋਂ ਬਾਅਦ ਸ਼ੱਬਾ ਹੋਇਆ ਨਿੱਕਾ ਭਰਾ ਸਾਡਾ ਹਾਂ, ਫਿਰ ਹਾਂ। ਤਿੰਨੋਂ ਕੁੜੀਆਂ ਵੀ ਹੋ ਗਈਆਂ ਹਾਂ ਇਸੇ ਦੌਰਾਨ ਫਿਰ ਤੁਸੀਂ ਜ਼ਮੀਨ ਲੈ ਲਈ ਫਿਰ ਉਹ ਜ਼ਮੀਨ- ਪਾਪਾ ਹਾਂ ਜ਼ਮੀਨ ਤੋਂ ਬਾਅਦ ਦੀ ਗੱਲ ਹੈ ਹਾਂ ਫਿਰ ਜਦੋਂ ਪਾਪਾ ਨੇ ਉਹ ਛੱਡਤਾ ਮਤਲਬ ਨੌਕਰੀ ਛੱਡਤੀ ਕਿਉਂਕਿ ਉਹਦੀ ਤਨਖਾਹ 'ਚ ਗੱਲ ਬਣਦੀ ਨਹੀਂ ਸੀ ਹਾਂ ਖਰਚੇ ਨਹੀਂ ਪੂਰਾ ਖਰਚੇ ਹੁੰਦਾ। ਪੂਰੇ ਨਹੀਂ ਹੋ ਰਹੇ ਸੀਗਾ ਰੋਟੀ ਰੋਜੀ ਪੂਰੀ ਮਤਲਬ ਕਿਉਂਕਿ ਕਿੱਥੇ ਤੁਸੀਂ ਪਾਪਾ ਫੌਜੀ ਸੀਗਾ ਹਾਂ ਕਿੱਥੇ ਤੁਸੀਂ ਚਪੜਾਸੀ ਬਣ ਗਏ ਤੇ ਹਾਂਜੀ। ਬੜਾ ਫਰਕ ਪੈ ਗਿਆ ਪੈ ਤੇ ਗਿਆ। ਫਿਰ ਉਸ ਤੋਂ ਬਾਅਦ ਪਾਪਾ ਨੇ ਜਿਸ ਤਰ੍ਹਾਂ ਦੁਕਾਨ ਕਹਿੰਦੇ ਸ਼ੁਰੂ ਕੀਤੀ ਮਤਲਬ ਤੂੰ ਪੰਸਾਰੀ ਦੀ ਦੁਕਾਨ ਸ਼ੁਰੂ ਕੀਤੀ ਸੀ ਨੇ ਕਰਿਆਨੇ ਕਰਿਆਨੇ ਦੀ ਕਰਿਆਨੇ ਕੋਈ 5-6-7 ਮਹੀਨੇ ਦਾ ਹੀ ਹੂੰ ਮਤਲਬ ਤੇਰਾ 11 ਉਹਨੂੰ ਅਪ੍ਰੈਲ ਦਾ ਤੇਰਾ ਜਨਮ ਹੈ ਹੂੰ ਤੇ ਅੱਗੇ ਇਹ ਮਹੀਨਾ ਜਿਹੜਾ ਆਇਆ ਨਾ ਹੂੰ ਜਿਹੜਾ ਹੁਣ ਇਹ ਮਹੀਨਾ ਜਾਇਆ ਕਰਦਾ ਹੈ ਇਸ ਮਹੀਨੇ ਅਸੀਂ ਨੌਕਰੀ ਛੱਡ ਕੇ ਤੇ ਭਗਾਏ ਦੁਕਾਨ ਪਾਈ ਤੇਰੇ ਮਾਮੇ ਦੇ ਘਰ ਨਾਨੇ ਦੇ ਘਰ ਅੱਛਾ ਪਿੰਡ ਦੇ ਵਿੱਚ ਹੂੰ ਉੱਥੇ ਦੁਕਾਨ ਪਾਈ ਮਤਲਬ ਇਹ ਚਾਹੁੰਦਾ ਸੀ ਕਿ ਮੈਂ ਪਿੰਡ ਨਹੀਂ ਰਹਿਣਾ ਹੂੰ ਪਿੰਡ ਕਿਉਂ ਨਹੀਂ ਰਹਿਣਾ ਚਾਹੁੰਦਾ ਸੀ ਪਿੰਡ ਪਾਪਾ ਆਂਦਾ ਸੀ ਵੀ ਮੈਂ ਲੋਕਾਂ ਕੋਲੋਂ ਮੈਨੂੰ ਹੂੰ ਸ਼ਰਮ ਆਉਂਦੀ ਹੈ ਹੂੰ ਵੀ ਮੈਂ ਕੀ ਕਰਾਂਗਾ ਪਿੰਡ ਕਿਹੜਾ ਕੰਮ ਕਰਾਂਗਾ ਮੈਂ ਕੀ ਕਰਾਂਗਾ ਹੂੰ ਤੇ ਮੇਰੇ ਲੋਕ ਇਹ ਕੀ ਕਰੇਗੀ ਹੂੰ ਤੇ ਮੈਨੂੰ ਸ਼ੁਰੂ ਤੋਂ ਇਹ ਗੱਲ ਕਹਿਣ ਲੱਗ ਪਈ ਇਹ ਵੀ ਮੈਂ ਪਿੰਡ ਰਹਿਣਾ ਹੂੰ ਮੈਂ ਘਰ ਰਹਿਣਾ ਹੂੰ ਤੂੰ ਵੀ ਕੋਈ ਕੰਮ ਕਰੇਗਾ ਹੂੰ ਤੇ ਮੈਂ ਵੀ ਕਰਾਂਗੀ ਤੇ ਤੇਰਾ ਨਹੀਂ ਇਰਾਦਾ ਵੀ ਮੈਂ ਵਾਕਿਆ ਵੀ ਮੈਂ ਨਾ- ਵਾਪਸ ਮੈਂ ਦੀ ਮੈਂ ਬਾਹਰ ਪੇਕੇ ਨਹੀਂ ਪੇਕੇ ਨਹੀਂ ਜਾਣਾ ਜਾਣਾ। ਜਾਂ ਪੇਕੇ ਨਹੀਂ ਮੈਂ ਜਾਣਾ ਤੇ ਪਾਪਾ ਇਹ ਜ਼ੋਰ ਲਾ ਰਿਹਾ ਸੀ ਵੀ ਪੇਕੇ ਹਾਂ, ਜਾ ਤੇ ਕੇ ਅਸੀਂ ਪਿੰਡ ਛੱਡ ਦੇਣਾ ਪੇਕੇ ਭਗਾਏ ਵੀ ਨਹੀਂ ਰਹਿਣਾ ਵੀ ਕਿਤੇ ਹੋਰ ਤੇ ਜਾ ਕੇ ਕਿਤੇ ਦੂਰ ਪਾਰ ਬੜਾ ਫਿਰਿਆ ਏਰੀਆਂ ਤੱਕ ਬੱਦੂ ਬਰੇ ਤੱਕ ਸਾਰੇ ਫਿਰਿਆ ਹੂੰ, ਵੀ ਕਿਤੇ ਅਸੀਂ ਦੂਰ ਪਾਰ ਸਾਨੂੰ ਜਗ੍ਹਾ ਇੱਧਰ ਮਿਲਦੀ ਹੂੰ, ਇੱਧਰ ਤਾਂ ਜਾਂਦਾ ਸੀ ਵੀ ਸਾਡਾ ਪਿੰਡ ਅਨਪਤੀ ਮੁੱਖ ਸੀ ਹੂੰ, ਸਾਡਾ ਜਿਹੜਾ ਮੇਰਾ ਆਪਣਾ ਘਰ ਹੀ ਪਿੰਡ ਹੀ ਸਾਡਾ ਆਪਣਾ ਹੀ ਤੱਕ ਹੂੰ, ਉਹ ਮਤਲਬ ਸੁੱਕਾ ਇਲਾਕਾ ਹੀ ਅੱਛਾ। ਪੱਕੇ ਹੀ ਪੱਥਰ ਸੀ ਉੱਥੇ ਪਾਣੀ ਪੂਣੀ ਵੀ ਨਹੀਂ ਲੱਗਦਾ ਸੀ ਨਾ। ਪੂਰੇ ਦਿਨੇ ਪਾਣੀ ਪੂਣੀ ਹਾਂ ਨਹੀਂ ਸੀ ਹੂੰ, ਤੇ ਇੱਧਰ ਆਂਦਾ ਸੀ ਵੀ ਅਸੀਂ
ਮਤਲਬ ਕਿ ਕੋਈ ਵੀ ਕੰਮ ਕਰਾਂਗੇ ਤੇ ਸਾਡਾ ਚੱਲੇਗਾ। ਚਲੋ ਫੇਰ ਹੀ ਮਤਲਬ ਫਿਰ ਜ਼ੋਰ ਲਾ ਕੇ ਤੇ ਉਹਨੇ ਜ਼ੋਰ ਲਾ ਕੇ। ਉੱਥੇ ਆਪਣੇ ਸਹੁਰੇ ਜਿਹੜੇ ਤੁਹਾਡੇ ਹਾਂ, ਪੇਕੇ ਹਾਂ। ਮਤਲਬ ਦੁਕਾਨ ਪਾ ਲਈ। ਦੁਕਾਨ ਪਾਈ ਮੈਂ ਜਦੋਂ ਇਹ ਦੁਕਾਨ ਪਾਈ ਤੇ ਤੂੰ ਇਹਦਾ ਵਿਰੋਧ ਕਰਦੀ ਸੀ ਵੀ ਨਹੀਂ ਇੱਥੇ ਮੈਂ ਨਹੀਂ। ਵਿਰੋਧ ਕਰਦੀ ਸੀ। ਮੈਂ ਸਵੇਰ ਵੇਲੇ ਸਾਡੇ 12 ਵਜੇ ਗੱਡੀ ਚਲਦੀ ਹੁੰਦੀ ਸੀ ਤੇ 4 ਵਜੇ ਵਾਪਸ ਆ ਜਾਂਦੀ ਹੁੰਦੀ ਸੀ ਜਲੰਧਰ ਨੂੰ। ਹੂੰ ਮੈਂ 4 ਮਤਲਬ 12 ਦੀ ਗੱਡੀ ਮੈਂ ਚੜਨਾ ਤੇ ਉਹਨੂੰ ਕੁਛੜ ਚੁੱਕਣਾ, 12 ਦੀ ਗੱਡੀ ਚੜਨਾ ਤੇ ਮੈਂ ਘਰ ਆਣਾ ਆਪਣੇ। ਹੂੰ ਮੈਂ ਆਪਣੇ ਵੱਡੇ ਜੇਠ ਨੂੰ ਕਹਿਣਾ ਵੀ ਭਾ ਨੂੰ ਘਰ ਲਿਆਓ, ਹੂੰ ਉਹਨੂੰ ਘਰ ਲਿਆਵੋ, ਹੂੰ ਮੈਂ ਘਰ ਰਹਿਣਾ, ਹੂੰ ਮੈਂ ਬਾਹਰ ਨਹੀਂ ਕੰਮ ਕਰਨਾ, ਮੈਂ ਘਰ ਕਰਾਂਗੀ। ਹੂੰ ਤੇ ਮੇਰੇ ਜੇਠ ਨੇ ਕਹਿਣਾ ਵੀ ਸਾਡੀ ਕਿਹੜੀ ਕੋਈ ਜਾਇਦਾਦ ਹੈ, ਹੂੰ ਜਿੱਥੇ ਰੋਟੀ ਕਮਾਣੀ ਹੈ, ਜਿੱਥੇ ਲੱਗਦੀ ਉੱਥੇ ਕਮਾ ਕੇ ਖਾਓ। ਹੂੰ ਮੈਂ ਕਿਹਾ ਚਲੋ ਜਾਣਾ ਤੇ ਦੂਸਰੀ ਗੱਡੀ ਘਰ ਆ ਜਾਣਾ। ਹੂੰ ਫਿਰ ਮੇਰਾ ਦੂਸਰਾ ਜੇਠ ਜਿਹੜਾ ਸੀ ਨਾ ਉਹ ਬਾਹਰ ਫੌਜੀ ਸਾ, ਹੂੰ। ਉਹ ਆਇਆ। ਹੂੰ ਮੈਂ ਉਹਦੇ ਕੋਲ ਕਿਹੜਾ ਜਰਨਲ ਪਤਾ? ਹਾਂ, ਹਾਂ। ਅੱਛਾ ਹਾਂ ਉਹ ਆਇਆ। ਹੂੰ ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਨਹੀਂ ਇੱਥੇ ਭਾਪੇ ਦੀ ਫਿਰ ਦੁਕਾਨ ਉਹਨਾਂ ਦੇ ਨਾਲ ਠੀਕ ਚੱਲ ਰਹੀ ਸੀ। ਨਹੀਂ ਚਲਦੀ ਤੇ ਠੀਕ ਸੀ ਹੂੰ ਤੇ ਆਂਢੀ ਗੁਆਂਢੀ ਵਿਰੋਧ ਲਾਪੇ ਹੀ ਕਰਨਾ, ਹੂੰ। ਲਾਪੇ ਇੱਕ ਦੋ ਜਣਿਆਂ ਨੇ ਗਲਤ ਲਫ਼ਜ਼ ਬੋਲਿਆ ਹੂੰ ਵੀ ਮਾਂ ਮੇਰੇ ਉਹਦਾ ਨਾਂ ਲੈ ਕੇ ਹੂੰ ਵੀ ਉਹਦਾ ਜਵਾਈ ਟੁੰਡਾ ਇੱਥੇ ਆ ਕੇ ਦੁਕਾਨ ਪਾਈ ਹੈ, ਹੂੰ। ਇਹ ਹੈ ਉਹ ਹੈ, ਮਤਲਬ ਇਹਨਾਂ ਜਿਹੀਆਂ ਗੱਲਾਂ ਦੇ ਤੂੰ ਆਣ ਕੇ ਅੱਛਾ ਇਹ ਦੱਸੋ ਅਭੀ ਵਿੱਚ ਇੱਕ ਹੋਰ ਗੱਲ ਪੁੱਛਣੀ ਹੈ। ਜਦੋਂ ਫਿਰ ਪਾਪਾ ਉੱਥੇ ਚਲਾ ਗਿਆ, ਹੁਣ ਪਾਪੇ ਦੀ ਇੱਕ ਬਾਂਹ ਵੀ ਨਹੀਂ ਹੈ, ਉੱਥੇ ਦੁਕਾਨ ਪਾ ਲਈ ਹੈ, ਤੇ ਕੀ ਕਦੇ ਤੇਰੀ ਮਾਂ ਨੂੰ ਮਤਲਬ ਸਾਡੀ ਨਾਨੀ ਨੂੰ ਜਾਂ ਨਾਨੀ ਨੂੰ ਵੀ ਕਦੇ ਹੋਇਆ ਸੀ ਵੀ ਯਾਰ ਇਹ ਇੱਥੇ ਕਿਉਂ ਆ ਗਿਆ? ਮੇਰੀ ਮਾਂ ਨੇ ਇਹਨੂੰ ਬੜਾ ਜ਼ੋਰ ਲਾਇਆ ਕੀ? ਵੀ ਤੂੰ ਇੱਥੇ ਸਾਡੇ ਪਿੰਡ ਨਾ ਆ। ਹੂੰ ਮੇਰਾ ਤਾਂ ਇੱਕ ਜਵਾਈ ਹੈ ਜੀ, ਹੂੰ ਨਵਾਂ ਨਵਾਂ, ਫਿਰ ਹੂੰ। ਪਹਿਲਾ ਜਵਾਈ। ਹੂੰ ਤੂੰ 6 ਮਹੀਨੇ ਸਾਲ ਪਿਛੋਂ ਆਵੇਂ, ਮੈਂ ਤੇਰੀ ਆਏ ਦੀ ਕਦਰ ਕਰਾਂ, ਮੈਂ ਤੈਨੂੰ ਬਾਲਾਂ, ਤੂੰ ਇੱਥੇ ਆ ਗਿਆ, ਹੂੰ ਇਹ ਆ ਉਹ ਇਹੋ ਜਿਹੀਆਂ ਗੱਲਾਂ ਬੜੀਆਂ ਮੇਰੀ ਮਾਂ ਨੇ ਕੀਤੀਆਂ, ਫਿਰ ਇਹਨੇ ਇੱਕ ਨਹੀਂ ਮੰਨੀ। ਨਹੀਂ ਮੰਨਦੀ। ਅੱਛਾ ਆਖ ਲਗਾ ਫਿਰ ਮੈਂ ਪਿੰਡ ਨੇ ਰਹਿਣਾ। ਉਹਨੂੰ ਅਸਲ 'ਚ ਪਾਪਾ ਦਾ ਪਿੰਡ ਨਹੀਂ ਸੀ ਗੱਲ, ਉਹਨੂੰ ਲੱਗਦਾ ਸੀ ਕਿ ਮੈਂ ਪਿੰਡ ਹਰ ਰੋਜ਼ ਮੈਨੂੰ ਲੋਕਾਂ ਦਾ ਸਾਹਮਣਾ ਹਾਂ। ਕਰਨਾ ਪੈਣਾ ਹੈ। ਕਰਨੇ ਪੈਣਾ। ਤੇਰੀ ਸਮੱਸਿਆ ਇਹ ਸੀ, ਤੈਨੂੰ ਲੱਗਦਾ ਸੀ ਕਿ ਮੈਂ ਵਿਆਹੀ ਹੋਈ ਹਾਂ ਤੇ ਮੈਂ ਵਾਪਸ ਆਪਣੇ ਪਿੰਡ ਆ ਕੇ ਇੱਥੇ ਬੈਠ ਗਈ ਹਾਂ, ਬੈਠ ਗਈਆਂ। ਇਸ ਮੈਨੂੰ ਕਰਕੇ ਇਹ ਤੇਰੀ ਇਹ ਮਹਿਸੂਸ ਪ੍ਰੋਬਲਮ ਸੀ ਤੇ ਪਾਪੇ ਦੀ ਉਹ ਹਾਂ। ਸੀਗੀ। ਉਹਦੀ ਉਹ ਪ੍ਰੋਬਲਮ। ਅੱਛਾ ਤੇ ਫਿਰ ਉਹ ਦੁਕਾਨ ਜ਼ਿਆਦਾ ਦੇਰ ਚੱਲੀ ਨਹੀਂ? ਨਹੀਂ ਚਲੀ ਨਹੀਂ, ਫਿਰ ਅਸੀਂ ਛੱਡ ਹੀ ਦਿੱਤੀ, ਅਸੀਂ ਆਪ ਹੀ ਛੱਡ ਦਿੱਤੀ। ਅੱਛਾ ਛੱਡ ਦਿੱਤੀ। ਫਿਰ ਉਹ ਕਿਸੇ ਬੰਦੇ ਨੇ ਐਸੀ ਸਲਾਹ ਦਿੱਤੀ ਹੂੰ। ਵੀ ਭਾਈ ਤੂੰ ਫੇਰੀ ਦਾ ਕੰਮ ਕਰ। ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਹਾਂ। ਪਿੰਡ ਆ ਗਏ ਤੇ ਫਿਰ ਅਜੇ ਵੀ ਹੁਣ ਨਾ ਤੁਸੀਂ ਨੌਕਰੀ ਕਰ ਰਿਹਾ ਪਾਪਾ, ਤੇ ਫਿਰ ਇਹ ਤੁਹਾਨੂੰ ਕਿਸੇ ਨੇ ਆਈਡੀਆ ਦਿੱਤਾ ਵੀ ਭਾਈ ਤੂੰ ਹੋਰ ਕੀ ਕੰਮ ਕਰਨਾ ਹੈ, ਵੀ ਆ ਤੂੰ ਚੱਪਲਾਂ ਵੇਚਣ ਦੀ? ਚੱਪਲਾਂ ਵੇਚਣ। ਇੱਕ ਮੇਰਾ ਭੂਆ ਦਾ ਪੁੱਤਰ ਸੀ, ਉਹ ਵੇਚਦਾ ਸੀ, ਹੂੰ ਤੇ ਉਹ ਲੜਾਈ ਨੂੰ ਕਹਿਣਾ ਵੀ ਤੂੰ ਚੱਲ ਮੇਰੇ ਨਾਲ, ਤੈਨੂੰ ਮੈਂ ਸੌਦਾ ਲਿਆ ਕੇ ਦਿੰਦਾ, ਤੂੰ ਉਹ ਪਾ, ਉਹ ਵੇਚ, ਹੂੰ ਤੇ ਉਹ ਵੇਚੇਗਾ ਤੇ ਨਾਲੇ ਤੂੰ ਇੱਥੇ ਹੁਣ ਆਂਢੀਆਂ ਗੁਆਂਢੀਆਂ ਦੇ ਦੁਕਾਨਾਂ ਸੀਗੀਆਂ, ਉਹ ਲਾਪੇ ਦੇ ਹੀ ਕਰਨ, ਇਹ ਹੈ ਉਹ ਹੈ, ਨਾਲੇ ਗਾਹਕਾਂ ਨੇ ਬਹੁਤਾ ਉਧਰ ਚਲੇ ਜਾਣਾ ਤੇ ਮੈਨੂੰ ਟਾਈਮ ਲੱਗਣਾ ਸੌਦਾ ਪਾਉਂਦੇ ਨੂੰ, ਦੁਕਾਨ ਤੇ ਤਕਲੀ ਤੇ ਪਾਉਂਦੇ ਨੂੰ, ਘੱਟ ਵੱਧ ਕਰਦੇ ਨੂੰ, ਮਤਲਬ ਟਾਈਮ ਲੱਗਦਾ। ਬੱਤੀ ਦੇ ਤੇ ਰੱਸੀ ਨਾਲ ਹੀ ਤਕਲੀ, ਤੇ ਫਿਰ ਵੀ ਸੌਦਾ ਪਾਉਂਦੇ ਕੱਢਦੇ ਟਾਈਮ ਲੱਗ ਜਾਂਦਾ ਹੈ। ਕਈ ਐਸੇ ਗਾਹਕ ਆਉਂਦੇ ਸੀ, ਉਹ ਕਹਿੰਦੇ ਛੇਤੀ ਕਰ ਪਰੌਣਿਆਂ, ਛੇਤੀ ਕਰ, ਤੇ ਪਰੌਣੇ ਦੇ ਕੋਲ ਫਿਰ ਉਹਨਾਂ ਟਾਈਮ, ਕਦੇ ਚਾਚ ਮੇਰੇ ਡੈਡੀ ਨੇ ਚਲਾ ਜਾਣਾ, ਕਦੇ ਮੈਂ ਆਪੇ ਚਲਾ ਜਾਣਾ ਦੁਕਾਨ ਦੇ ਉੱਪਰ, ਤੇ ਭਰਾ ਮੇਰਾ, ਮੇਰੀਆਂ ਭੈਣਾਂ ਛੋਟੀਆਂ ਹੈ। ਤੇ ਫਿਰ ਉਹ ਕਿੰਨੇ ਸਲਾਹ ਦਿੱਤੀ ਵੀ ਤੂੰ ਇਹ ਕੰਮ ਨਹੀਂ ਆਹ ਕਰ? ਇਹ ਫਿਰ ਮੇਰੇ ਭੂਆ ਦਾ ਪੁੱਤਰ ਹੀ ਜਨ ਦਿੱਤੀ ਸੀ। ਉਹ ਵੀ ਇਹੋ ਹੀ ਕੰਮ ਉਹ ਕਰਦਾ ਵੀ ਸੀ? ਇਹੋ ਫਿਰ ਹੀ ਕੰਮ ਕੋਈ ਕਰਦਾ ਲੱਗਦਾ ਸੀ। ਸੀ। ਅੱਛਾ ਉਹਨੇ ਫਿਰ ਉਹ ਸਲਾਹ ਦਿੱਤੀ, ਫਿਰ ਉਹ ਮਤਲਬ ਨੂੰ ਇਹੋ ਜਿਹਾ ਕੰਮ ਸਾਡਾ ਸ਼ੁਰੂ ਹੋਇਆ ਵੀ ਜਿੱਥੇ ਮਤਲਬ 70 ਰੁਪਏ ਤਨਖਾਹ ਮਿਲਦੀ ਸੀ ਉਹਨੂੰ, ਉਹਨੂੰ 70 ਰੁਪਏ ਰੋਜ਼ ਦੀ ਆਮਦਨ ਆਉਣ ਲੱਗ ਪਈ। ਆਮਦਨ ਨਹੀਂ ਮਤਲਬ ਸੇਲ ਲੱਗ ਪਈ ਹੁਣ, ਹਾਂ ਸੇਲ ਲੱਗ ਪਈ ਹੁਣ। ਫਿਰ ਸਾਡਾ ਹੀ ਮਤਲਬ ਕਰਦੇ ਕਰਦੇ ਕੰਮ ਸਾਡਾ ਚੱਲ ਪਿਆ। ਓਕੇ ਬੜੇ ਕੰਮ ਅਸੀਂ ਕੀਤੇ। ਉਹਦੇ ਵਿੱਚ ਤੂੰ ਕੀ ਕਰਦੀ ਹੁੰਦੀ ਫਿਰ ਜਦੋਂ ਪਾਪਾ ਦਾ ਜਿਹੜਾ ਪਿਆ ਫੇਰੀ ਲਾਣ, ਤੇ ਫਿਰ ਤੈਨੂੰ ਉਸ ਵੇਲੇ ਵੀ ਕਦੇ ਇਦਾਂ ਮਹਿਸੂਸ ਹੋਇਆ ਵੀ ਹੁਣ ਵੀ ਫੌਜੀ ਫਿਰ ਹੱਥ ਕੱਟਿਆ ਗਿਆ? ਨਹੀਂ ਨਹੀਂ ਨਹੀਂ। ਫਿਰ ਇਹ ਚਪੜਾਸੀ ਬਣ ਗਿਆ, ਫਿਰ ਇਹਨੇ ਦੁਕਾਨ ਖੋਲ ਲਈ, ਤੇ ਹੁਣ ਫੇਰੀ ਵਾਲਾ ਭਾਈ ਬਣ ਗਿਆ। ਤੇ ਉਧਰੋਂ ਅਸੀਂ ਪੰਜ ਭੈਣ ਭਰਾ ਮੇਰੇ ਖਿਆਲ ਤਦ ਤੱਕ ਪੈਦਾ ਹੋ ਗਏ ਸੀ। ਮੇਰੀ ਗੱਲ ਪੁੱਤਰ ਸੁਣ, ਜੇ ਮਤਲਬ ਮੇਰੇ ਦਿਲ ਦੇ ਵਿੱਚ ਇਹ ਕਿਹੜੇ ਖਿਆਲ ਆਉਂਦੇ ਨਾ, ਤੇ ਅੱਜ ਮੈਂ ਇੱਥੇ ਨਹੀਂ ਹੁੰਦੀ, ਅੱਜ ਮੈਂ ਚੰਡੀਗੜ੍ਹ ਨਹੀਂ ਹੁੰਦੀ। ਜੇ ਮੇਰੇ ਦਿਲ ਦੇ ਵਿੱਚ ਇਹ ਕਿਹੜੇ ਖਿਆਲ ਹੁੰਦੇ ਵੀ ਇਹੋ ਜਿਹਾ, ਮੈਂ ਇਹੋ ਜਿਹੀਆਂ, ਅਸੀਂ ਰਲ ਕੇ ਕੰਮ ਅੱਛਾ ਗੱਲ ਹੋਰ ਦੱਸ ਭਾਬੀ, ਤੂੰ
ਕਦੇ ਭਾਪੇ ਨੇ ਵੀ ਮਤਲਬ ਕਦੇ ਕੋਈ ਪਾਪਾ ਜਦੋਂ ਉਹਨੂੰ ਪਤਾ ਸੀ ਕਿ ਮੈਂ ਕਿਸਮ ਦਾ ਮਤਲਬ ਐਕਸੀਡੈਂਟ ਹੋ ਗਿਆ ਤੇ ਉਹ ਸਾਰੀਆਂ ਸਮੱਸਿਆਵਾਂ ਹੋ ਗਈਆਂ, ਤੇ ਉਹ ਉਸ ਵੇਲੇ ਭਾਪੇ ਦਾ ਸੁਭਾਅ ਕਿਹੋ ਜਿਹਾ ਹੁੰਦਾ ਸੀ? ਉਹ ਚਿੜ ਜਾਂਦਾ ਸੀ, ਉਹਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਸੀ? ਉਹ ਫਿਰ ਇਹ ਗੁੱਸਾ ਹੁੰਦਾ ਸੀ ਤੇ ਉਹ ਕੀ ਕਰਦਾ ਹੁੰਦਾ, ਮਤਲਬ ਕੀ ਕੋਈ ਜਿਸ ਤਰ੍ਹਾਂ ਦਾ ਕੋਈ ਆਇਆ ਸੀ ਕਾਫੀ ਵੱਡਾ ਜਦੋਂ ਇਹ ਐਕਸੀਡੈਂਟ ਹੋਇਆ ਹੋਣਾ ਹੈ ਤੇ ਬੜਾ ਵੱਡਾ ਉਹਦੇ ਚੇਂਜ ਆਇਆ ਹੋਣਾ, ਉਹਦੇ ਬਦਲਾਅ ਆਇਆ ਹੋਣਾ, ਸਭ ਕੁਝ ਹੋਇਆ ਸੀ, ਚੇਂਜ ਹੋਇਆ ਸੀ ਵੀ ਮੈਂ ਹੁਣ ਜੇ ਮੈਂ ਕੰਮ ਆਪੇ ਮੈਂ ਉਹਨੂੰ ਇੱਕ ਮੌਕਾ ਨਹੀਂ ਆਉਣ ਦਿੰਦੀ ਵੀ ਉਹ ਗੁੱਸੇ ਚ ਆਵੇ। ਕਦੇ ਕਦੇ ਤੇ ਹੋ ਵੀ ਜਾਂਦੇ ਕਦੇ ਕਦੇ ਹੋ ਵੀ ਜਾਂਦੇ ਸੀ, ਹੋ ਵੀ ਜਾਂਦਾ ਸੀ ਕਦੇ ਕਦੇ ਗੁੱਸੇ ਚ ਆ ਜਾਣਾ ਵੀ ਕੋਈ ਕੰਮ ਮਤਲਬ ਆਪਣੇ ਕੋਲੋਂ ਨਹੀਂ ਹੋਣਾ, ਉਹ ਕਰਨ ਵਾਲਾ ਹੋਣਾ ਨਹੀਂ ਹੋਣਾ ਜਾਂ ਕਿਸੇ ਕੋਲੋਂ ਵੀ ਕਰਾਉਣਾ। ਇਹਦੇ ਜਾਣ ਕੇ ਵੀ ਮੈਂ ਇਹ ਕੰਮ ਮੈਂ ਖੁਦ ਕਰਦਾ ਚਾਹੁੰਦਾ ਸੀ ਤੇ ਮੈਂ ਕਿਉਂ ਨਹੀਂ ਕਰ ਸਕਿਆ, ਤੇ ਵੀ ਮੇਰੇ ਕੋਲ ਮੈਂ ਕਿਉਂ ਨਹੀਂ ਕਰ ਸਕਿਆ, ਮੇਰਾ ਕਿਉਂ ਹੱਥ ਏਦਾਂ ਹੋ ਗਿਆ, ਮੈਂ ਕਮਜ਼ੋਰ ਹੋ ਗਿਆ। ਇਹੋ ਜਿਹੀਆਂ ਗੱਲਾਂ ਉਹਨੂੰ ਮਤਲਬ ਸੋਚਣੀਆਂ। ਮੈਂ ਉਹਨੂੰ ਕਹਿਣਾ ਪਰ ਕੋਈ ਗੱਲ ਨਹੀਂ, ਜੇ ਅਸੀਂ ਮਾੜਾ ਮੋਟਾ ਕਿਤੇ ਕੰਮ ਫਿਰ ਬੜੇ ਕੰਮ ਕੀਤੇ ਅਸੀਂ। ਅੱਛਾ ਬਾਕੀ ਇਹਦੇ ਜਿੱਦਾਂ ਹੁਣ ਅਸੀਂ ਪਹਿਲਾਂ ਵੀ ਦੱਸਿਆ ਵੀ ਪਾਪਾ ਉੱਥੋਂ ਹੁਣ ਛੱਡ ਕੇ ਆ ਗਿਆ ਔਰ ਪਿੰਡ ਆ ਗਏ ਤੇ ਫਿਰ ਤੁਹਾਡੇ ਉਧਰ ਕੋਈ ਪਿੰਡ ਦਾ ਕੋਈ ਬੰਦਾ ਸੀ ਜਿਹੜਾ ਇਹੋ ਹੀ ਕੰਮ ਕਰਦਾ ਸੀ ਤੇ ਉਹਨੇ ਫਿਰ ਬਾਬੇ ਨੂੰ ਨਾਲ ਲੈ ਗਿਆ ਤੇ ਬਾਬੇ ਨੇ ਜਲੰਧਰੋਂ ਚੱਪਲਾਂ ਲਿਆ ਕੇ ਤੇ ਫੇਰੀ ਲਾਉਣ ਦਾ ਕੰਮ ਸਿਖਾ ਦਿੱਤਾ ਉਹਨੂੰ। ਮਤਲਬ ਅੱਛਾ ਇੱਕ ਗੱਲ ਦੱਸ ਭਾਬੀ, ਸਿਖਾਣਾ ਕੀ ਸਭ ਜਿਹੜਾ ਬੋਲਣਾ ਹੀ ਸਿਖਾਣਾ ਹੈ, ਬਾਅਦ ਜਿਹੜੇ ਦੱਸਣੇ। ਅੱਛਾ ਇਹ ਦੱਸ ਜਦੋਂ ਫਿਰ ਮਤਲਬ ਪਾਪਾ ਤੁਹਾਡੇ ਦੇ ਫੌਜੀ ਸੀ, ਫਿਰ ਉਹ ਵਿਚਾਰਾ ਹੈਂਡੀਕੈਪਡ ਹੋਇਆ, ਫਿਰ ਉਹ ਚਪੜਾਸੀ ਬਣਿਆ, ਫਿਰ ਦੁਕਾਨ, ਫਿਰ ਇੱਥੇ ਆ ਗਿਆ, ਤੇ ਤੈਨੂੰ ਕੁਝ ਯਾਦ ਹੈ ਜਿਸ ਵੇਲੇ ਉਹਨੇ ਮਤਲਬ ਚੱਪਲਾਂ ਲੈ ਕੇ ਆਇਆ ਤੇ ਪਹਿਲੇ ਦਿਨ ਉਹਨੇ ਫੇਰੀ ਫੂਰੀ ਲਾਉਣ ਜਾਣਾ ਸੀ ਜਾਂ ਕੀ ਉਹ ਬੜਾ ਮਤਲਬ ਉਸ ਵੇਲੇ ਕੀ ਉਹਦੇ ਤੇ ਕੀ ਗੁਜ਼ਰਦੀ ਸੀਗੀ? ਉਹ ਚੱਪਲਾਂ ਵੇਚਣ ਉਹਨੂੰ ਲੱਗਦਾ ਸੀ ਕਿ ਮੈਂ ਫੇਰੀ ਵਾਲਾ ਭਾਈ ਬਣਾ ਚੱਪਲਾਂ ਵੇਚਣ? ਭਾਈ ਖਿਆਲ ਤੇ ਇਕੜੇ ਹੰਨੀ ਸੀ ਤੇ ਜਿਹਨੇ ਇਹ ਤਾਂ ਪਰਮਾਤਮਾ ਦੇ ਹੱਥ ਆ, ਮਾਲਕ ਦੇ ਹੱਥ ਗੱਲਾਂ ਨੇ, ਜੋ ਉਹਨੂੰ ਕਰਾਣਾ ਉਹਨੂੰ ਉਹੀ ਕਰਾਣਾ। ਜਿਸ ਵੇਲੇ ਘਰੋਂ ਇਹ ਨਿਕਲਿਆ ਤੇ ਮੇਰੇ ਜਿਹੜਾ ਉਹ ਮਾਸੜ ਸੀ ਨਾ ਮੇਰਾ, ਉਹਨਾਂ ਸਾਈਕਲ ਫੜ ਲਿਆ, ਅੱਗੇ ਅੱਗੇ ਤੁਰ ਪਿਆ, ਇਹ ਮਗਰੋਂ ਨਿਕਲਦਾ ਸਾਡੇ ਲੈਣ ਕਲਾਸ ਲੈਣ ਪੈਂਦੀ ਉਹ ਲੈਣ ਕੇ ਤੇ ਪਾਰੇ ਕੀਤਾ ਨਾ ਤੇ ਮਗਰੋਂ ਉਹਨੇ ਸਾਈਕਲ ਫੜਦਾ ਸੀ, ਮਗਰੋਂ ਗਿਆ। ਸਾਡੇ ਮਤਲਬ ਦੁਕਾਨ ਹੀ ਉਹ ਬਾਹਮਣ ਹੀ ਉਹਨੂੰ ਮਤਲਬ ਚਾਹੇ ਮਜ਼ਾਕ ਕੀਤਾ ਜਾਂ ਕੁਛ ਵੀ ਤਾਨਾ ਮਾਰਿਆ, ਕਹਿੰਦਾ ਸੁਬਾ ਸੜ ਗਿਆ ਬਾਅਦ ਚ ਨਹੀਂ ਗਿਆ। ਅੱਛਾ ਬਾਬੇ ਨੂੰ ਕਿਹਾ ਉਹਨੇ? ਹਾਂ ਜੇ ਬਾਬਾ ਜਾਂਦਾ ਨਹੀਂ ਹੁੰਦਾ ਸੀ ਮਤਲਬ ਸ਼ਰਮ ਦੇ ਮਾਰੇ, ਸ਼ਰਮ ਆਉਂਦੀ ਹੋਣੀ ਨਾ, ਮੈਂ ਚੱਪਲਾਂ ਵੇਚਣ ਜਾਵਾਂ। ਚਲੋ ਉਹ ਗਿਆ ਨਾਲ, ਉਹਨਾਂ ਨੂੰ ਪਤਾ ਲੱਗ ਗਿਆ, ਮਤਲਬ ਇੱਕ ਦੋ ਪਿੰਡ ਫਿਰਿਆ ਤੇ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਸਮਾਨ ਦੇਣਾ ਆ, ਮਤਲਬ ਲੱਗ ਹੀ ਜਾਂਦਾ ਪਤਾ। ਉਹ ਫਿਰ ਸਮਾਨ ਸਮੂਨ ਦਿੰਦੇ ਦੁੰਦੇ ਮਤਲਬ ਹੱਥ ਝੱਕ ਜਿਹੜਾ ਹੈ ਉਹ ਖੁੱਲ ਗਿਆ। ਹਫਤਾ ਮਹੀਨਾ ਹਫਤਾ ਭਰ ਦੇ ਰਿਹਾ ਇਦਾਂ ਹੀ, ਮਤਲਬ ਜਾ ਕੇ ਖੜੋ ਜਾਣਾ, ਮੂੰਹ ਆਵਾਜ਼ ਨਹੀਂ ਨਿਕਲਣੀ ਫਿਰ ਮੈਂ ਚੱਪਲਾਂ ਵੇਚਣ ਆਇਆ ਦਾ। ਉਹ ਫਿਰ ਉਹ ਇਸ ਤਰ੍ਹਾਂ ਹੀ ਕਰਦੇ ਫਿਰ। ਅੱਛਾ ਇਹ ਦੱਸ ਜਿਸ ਵੇਲੇ ਇਹ ਸਾਰਾ ਕੁਝ ਹੋ ਰਿਹਾ ਸੀ, ਸਾਰਾ ਕੁਝ ਵਾਪਰ ਰਿਹਾ ਸੀ, ਕਿਉਂਕਿ ਸਾਨੂੰ ਪਤਾ ਹੈ ਜਿੱਦਾਂ ਜਿੰਨੀ ਅਸੀਂ ਹੋਸ਼ ਸੰਭਾਲੀਏ ਕਿ ਬਾਬੇ ਦਾ ਪੂਰਾ ਦਬਦਬਾ ਜਿਹਾ ਹੁੰਦਾ ਸੀ ਘਰ 'ਚ, ਤੇ ਉਸ ਵੇਲੇ ਜਿਹੜੇ ਤੁਹਾਡੇ ਮਤਲਬ ਸਾਡੇ ਤਾਏ ਸੀਗੇ ਜਾਂ ਤਾਈਆਂ ਸੀਗੀਆਂ, ਉਹਨਾਂ ਦਾ ਕਿਹੋ ਜਿਹਾ ਵਿਹਾਰ ਰਿਹਾ ਉਸ ਵੇਲੇ? ਉਹਨਾਂ 'ਚ ਕੋਈ ਫਰਕ ਆਇਆ? ਉਹਨਾਂ ਦੀ ਕੋਈ ਕੌੜੀ, ਕੋਈ ਮਿੱਠੀ, ਕੋਈ ਇਸ ਤਰ੍ਹਾਂ ਦੀ ਗੱਲਬਾਤ ਤੇਰੇ ਕੋਲ ਹੈ ਕੋਈ ਜਿਸ ਤਰ੍ਹਾਂ ਦਾ ਤੈਨੂੰ ਲੱਗਿਆ ਵੀ ਹਾਂ ਜਿਸ ਤਰ੍ਹਾਂ ਦਾ ਮਹਿਸੂਸ ਹੋਇਆ? ਮਹਿਸੂਸ ਹੁੰਦਾ ਹੀ ਸਾ, ਉਹਨਾਂ ਨੂੰ ਵੀ ਹੁੰਦਾ ਸੀ ਪਹਿਲੇ ਕਿੱਥੇ ਬਾਹਰ ਸੀ, ਇੱਥੇ ਹੁਣ ਘਰ ਆਣ ਕੇ ਫਿਰ ਲੱਭਿਆ। ਮਾਂ ਨੂੰ ਵੀ ਹੁੰਦਾ ਸੀ, ਖਾਸ ਕਰ ਭਰਾ ਨੂੰ ਵੱਡੇ ਨੂੰ ਵੀ ਹੁੰਦਾ ਸੀ, ਭਰਜਾਈਆਂ ਨੂੰ ਵੀ ਹੁੰਦਾ ਵੀ ਹੋਏਗਾ। ਤੇ ਖੈਰ ਉਹ ਤੇ ਬੋਲ ਕੇ ਦੱਸਦਾ ਸੀ ਨਾ, ਜਿਸ ਮੇਰਾ ਜਿਹੜਾ ਵੱਡਾ ਇਹਦਾ ਭਰਾ ਸੀ ਆਇਆ ਤੁਹਾਡਾ, ਉਹ ਤੇ ਵਿਚਾਰਾ ਬੋਲ ਕੇ ਰੋ ਕੇ ਗੱਲਾਂ ਕਰਦਾ ਹੁੰਦਾ ਸੀ ਕਿੱਥੇ ਕੀ ਸਾਡੇ ਕਿੱਥੇ ਕੀ ਹੈ, ਤੇ ਫਿਰ ਵੀ ਆਖਣਾ ਵੀ ਚਲੋ ਜਾਨ ਬਚ ਗਈ, ਕੋਈ ਨਹੀਂ ਬੜੀ ਦੁਨੀਆ ਇਹੋ ਜਿਹੀ, ਪਰ ਇਹੋ ਜਿਹੇ ਲਾਪਣਾ ਨੂੰ ਮਿਸਾਲਾਂ ਦੇਣ ਵੀ ਉਹ
ਜਾਨ ਬਚ ਗਈ ਹੈ। ਚਲੋ ਦੁਨੀਆ ਦੇ ਉੱਪਰ ਜਿਹੜੇ ਨਾਮ ਚਲੇ ਕਰਦਾ ਇਸ ਤਰ੍ਹਾਂ ਕਰਕੇ। ਅੱਛਾ ਜਿਸ ਵੇਲੇ ਫਿਰ ਇਹ ਹੁਣ ਦੱਸੋ ਤੁਸੀਂ ਹੁਣ ਤੁਸੀਂ ਫਿਰ ਜ਼ਮੀਨ ਲੈਣ ਦਾ ਆਈਡੀਆ ਕਿੱਦਾਂ ਆਇਆ ਤੁਹਾਡੇ ਦਿਮਾਗ 'ਚ ਵੀ ਜ਼ਮੀਨ ਕਿੱਦਾਂ ਲੈ ਕਿਉਂ ਲੈ ਲਈ ਅਸੀਂ ਉਹਦਾ ਕੋਈ ਖਾਸ ਕਾਰਨ? ਹਾਂਜੀ ਹਾਂਜੀ ਬੜਾ ਤਗੜਾ ਕਾਰਨ ਸੀ ਉਹਦਾ। ਉਹਦਾ ਕਾਰਨ ਇਹ ਸੀ ਵੀ ਅਸੀਂ ਨਹੀਂ ਹੁਣ ਪਾਪਾ ਫੇਰੀ ਤੇ ਲੱਪਿਆ ਲਾ ਹਾਂ ਉਹ ਫੇਰੀ ਦਾ ਆਲਾ ਦਾ ਝਾਕੋ ਦਾ ਖੁੱਲ ਗਿਆ ਤੇ ਫਿਰ ਜ਼ਮੀਨ ਲੈਣ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ ਤੁਹਾਨੂੰ? ਜ਼ਰੂਰਤ ਇਸ ਤਰ੍ਹਾਂ ਹੋਈ ਸੀ ਵੀ ਉਹ ਡੰਗਰ ਡੁੰਗਰ ਰੱਖੇ ਹੋਏ ਸੀ ਘਰ 'ਚ? ਅਸੀਂ ਜਦੋਂ ਅਸੀਂ ਪਹਿਲੇ ਹੀ ਸਾਲ ਪਿੰਡ ਆਇਆ ਤੇ ਅਸੀਂ ਮਤਲਬ ਜ਼ਮੀਨ ਲੈਣ ਦਾ ਸਾਡਾ ਕਾਰਨ ਇਹ ਬਣ ਗਿਆ ਵੀ ਅਸੀਂ ਇੱਕ ਗਾਈ ਹੁੰਦੀ ਸੀ ਰੱਖੀ ਦੀ, ਕੋਈ ਗਾਈ ਰੱਖਣੀ ਵੱਧ ਨਹੀਂ ਡੰਗਰ ਰੱਖਣੇ, ਇੱਕ ਗਾਈ ਰੱਖਣੀ ਤੇ ਪੱਠੇ ਪੁੱਠੇ ਲਿਆਉਣੇ ਗਾਈ ਨੂੰ ਪਾਣੇ। ਤੇ ਉਹਨਾਂ ਦੇ ਨੇ ਆਪਣੀ ਜ਼ਮੀਨ ਹੈ ਨਹੀਂ ਸੀ ਤੇ ਇਹਨੇ ਦਿਨੇ ਆਣ ਕੇ ਤੇ ਕਿਸੇ ਦੀ 2-4 ਕਨਾਲਾਂ ਜ਼ਮੀਨ ਗੋਡੀ ਤੇ ਜਵਾਰ ਲੈ ਲੈਣੀ ਮੱਕੀ, ਉਹ ਲੈਣੀ ਜਵਾਰ ਗੁੱਡਣ ਨੂੰ ਕਾਹਦੇ ਵਾਸਤੇ ਲੈਣੀ ਵੀ ਬਰਸਾਤੀ ਪੱਠੇ ਪੁੱਠੇ ਗਾਈ ਵਾਸਤੇ ਲਿਆਣੇ ਨੇ। ਉਹ ਅਸੀਂ ਪੱਠੇ ਵੜਦੇ ਪਏ ਸੀ ਤੇ ਤੂੰ ਵੀ ਛੋਟਾ ਜਿਹਾ ਸੀ ਤੇ ਤੇਰੇ ਕੋਲ ਨਿੱਕਾ ਛੱਪਾ ਵੀ ਨਿੱਕਾ ਜਿਹਾ ਸੀ। ਇਹਨਾਂ ਦੋਵੇਂ ਤੁਸੀਂ ਕਦੋਂ ਜੇ ਕੁੜੀਆਂ ਨਹੀਂ ਹੋਈ ਦੇ? ਨਹੀਂ ਕੁੜੀਆਂ ਸੀਮਾ ਨਹੀਂ ਸੀ, ਅੱਛਾ ਸਮਿਤਰੀ ਹੈ ਸੀ। ਅੱਛਾ ਸੀਮਾ ਨਹੀਂ ਸਮਿਤਰੀ ਹੈ ਸੀ। ਮੈਂ ਪੱਠੇ ਵੱਢਣ ਲਈ ਦੀ ਤੇ ਮੈਂ ਉਹਨਾਂ ਨੂੰ ਪਾਪਾ ਨੂੰ ਕਹਿ ਗਈ ਵੀ ਮੈਂ ਕਿਹਾ ਵੀ ਲੈਣ ਟੱਪਣੇ ਪੈਣੀਆਂ ਤੇ ਤੁਸੀਂ ਆਇਓ ਪੱਠੇ ਚੁੱਕ ਲਿਆਇਓ। ਮੈਂ ਵੱਢਦੀ ਗਈ, ਇਹ ਆਇਆ ਤੇ ਉਸ ਤੋਂ ਪਹਿਲੇ ਛੱਪਾ ਆ ਗਿਆ। ਛੱਪਾ ਆ ਗਿਆ ਉਹਨੂੰ ਮੈਂ ਨਾ ਆਖਿਆ ਵੀ ਮੈਨੂੰ ਭਰੀ ਪਾ ਕੇ ਦੇ, ਭਰੀ ਪਾ ਕੇ ਦੇ। ਮੈਨੂੰ ਇੰਨੇ ਕੁ ਟੰਡੇ ਪਾ ਦਿੱਤੇ ਤੇ ਮੈਂ ਉਹਨੂੰ ਚੁੱਕ ਕੇ ਤੇ ਲੈਣ ਪਾ ਦਿੱਤੀ ਪਈ ਜਾ ਕਰਨ। ਅੱਗੇ ਜਿਹਦੀ ਅਸੀਂ ਜਵਾਰ ਗੁੱਡੀ ਦੀ ਸੀ ਉਹ ਬੰਦਾ ਉਹਦਾ ਨਾਮ ਮੈਜਰ ਸੀ, ਉਹ ਆ ਗਿਆ। ਉਹਨੇ ਦੇਖ ਲਏ ਪੱਠੇ ਤੋਂ ਉਹਦੇ ਕੋਲ ਪੱਠੇ ਖੋਲੇ ਉਹਦੇ ਕੋਲ ਛੱਪੇ ਕੋਲ ਪੱਠੇ ਖੋਲੇ। ਸੋ ਕੇ ਨਾ ਤੇ ਛੱਪਾ ਰੋਂਦਾ ਰੋਂਦਾ ਵਾਪਸ ਫੇਰ ਆ ਗਿਆ। ਨਾ ਕੀ ਹੋਇਆ? ਕਹਿੰਦਾ ਵੀ ਮੇਰੇ ਪੱਠੇ ਨਾ ਉਹਨੂੰ ਖੋਲੇ ਨਾ। ਮੈਂ ਕਿਹਾ ਕਹਿੰਦਾ ਵੀ ਪਤਾ ਨਹੀਂ ਕਿਹਨ ਖੋਤੇ ਨੇ। ਮੈਂ ਗਈ ਉਹ ਲੈਣ ਡੱਬੀ ਮਾਰ ਬਾਹਰ ਆਈ ਤੋ ਸਾਨੂੰ ਮਾਮੀ ਆਖਦੇ ਸੀ। ਕਹਿੰਦਾ ਵੀ ਮਾਮੀ ਇਹਦੇ ਚ ਨਾ ਛੱਲੀਆਂ ਹੀ ਮੈਂ ਤਾਂ ਪੱਠੇ ਖੋਤੇ ਨੇ। ਮੈਂ ਕਿਹਾ ਚੱਲ ਠੀਕ ਹੈ। ਛੱਲੀਆਂ ਚੋਰੀ ਲੈ ਕੇ ਜਾ ਰਹੇ? ਛੱਲੀਆਂ ਵਿੱਚ ਛੱਲੀਆਂ ਹੀ ਪਾਈ ਅਸੀਂ ਕਿਹਾ ਵੀ ਛੱਲੀਆਂ ਤੇ ਨਹੀਂ ਵੀ ਨਿੱਕੀ ਨਿੱਕੀ ਟੁੱਟੀਆਂ ਦੇ ਨਾਲ ਹੈ ਹੀ ਸੀ ਨਾ, ਮੋਟੀਆਂ ਛੱਲੀਆਂ ਤੇ ਨਹੀਂ। ਚਲੋ ਕੋਈ ਗੱਲ ਨਹੀਂ। ਅਸੀਂ ਉੱਥੇ ਹੀ ਮਾਲਾ ਪਾਪਾ ਤੇਰਾ ਪੱਠੇ ਲੈਣ ਆ ਗਿਆ। ਅਸੀਂ ਉੱਥੇ ਹੀ ਕਸਮ ਪਾਈ ਵੀ ਇਹੋ ਹੀ ਜਵਾਰ ਗੁੱਡਣੀਆਂ ਐਂਦੀ ਅਗਲੀ ਵਾਰੀ ਜਵਾਰ ਅਸੀਂ ਆਪਣੀ ਜ਼ਮੀਨ ਚ ਰਾਣੀ ਹੈ। ਉਸ ਵੇਲੇ ਤੁਹਾਡੇ ਕੋਲ ਪੈਸੇ ਸੀਗੇ ਜ਼ਮੀਨ ਲੈਣ ਲਈ? ਉਸ ਵੇਲੇ ਸਾਡੇ ਕੋਲ ਪੈਸੇ ਹੈ। ਕਿੰਨੇ ਕੁ ਪੈਸੇ? ਉਸ ਵੇਲੇ ਅਸੀਂ ਤੇ ਪੈਸੇ ਸਾਡੇ ਕੋਲ ਕੋਈ 3-4 ਰੁਪਏ ਨਹੀਂ, ਮਤਲਬ ਸਾਡੇ ਕੋਲ ਉਸ ਵੇਲੇ ਹੀ ਕੋਈ 60 ਕੋਲੋਂ ਉੱਪਰ ਹੀ 60-100 ਕੋਲੋਂ ਉੱਤੇ ਹੀ 6000। ਹਾਂ ਇੰਨੇ ਹੀ। ਤੇ ਜ਼ਮੀਨ ਕਿੱਦਾਂ ਮਿਲੀ ਫਿਰ ਤੁਹਾਨੂੰ? ਤੇ ਸਾਨੂੰ ਨਾ ਪਾਪਾ ਤੇਰਾ ਲਗਾ। ਅਸੀਂ ਉਸੇ ਦਿਨ ਪਾਪਾ ਤੇਰਾ ਬਾਹਰ ਗਿਆ। ਫਿਰ ਦਿਨ ਦੋ ਬੰਦੇ ਨਾਲ ਗੱਲ ਕੀਤੀ ਕਿ ਅਸੀਂ 4 ਕਨਾਲਾਂ ਜ਼ਮੀਨ ਲੈਣੀ ਹੈ ਸਿਰਫ ਪੱਠਿਆਂ ਵਾਸਤੇ? ਪੱਠਿਆਂ ਵਾਸਤੇ, ਸਿਰਫ ਪੱਠਿਆਂ ਵਾਸਤੇ। ਉਹ ਕਰਦੇ ਇੱਕ ਬੰਦੇ ਨਾਲ ਗੱਲ ਕੀਤੀ। ਉਹ ਲਗਾ ਕਹਿਣ ਜੀ ਉਹ ਫਲਾਣੀ ਜਗ੍ਹਾ ਨਾ 6-7 ਕਿੱਲੇ ਇਕੱਠੇ ਮਿਲਣੀਆਂ, ਮਿਲ ਵੀ ਲਿਆ ਤੇ ਜਾਣਗੇ ਤੁਸੀਂ ਉਹ। ਅਸੀਂ ਉਹ ਦੇਖਣ ਚਲੇ ਗਏ। ਦੇਖਣ ਗਏ ਤੇ ਮੈਂ ਕਿਹਾ ਵੀ ਇਹ ਗੱਲ ਨਹੀਂ ਬਣਨੀ। ਕਹਿੰਦਾ ਕਿਉਂ? ਮੈਂ ਕਿਹਾ ਇਹ ਬੜੀ ਰੋਏ ਛੱਡੇ ਨਾ ਕਿ ਇੱਡੀ ਦੂਰ ਨਹੀਂ ਅਸੀਂ ਆਉਣਾ, ਮਤਲਬ ਇਹ ਜਗ੍ਹਾ ਦੇ ਵਿੱਚ ਲੈਣੀ ਜਿਹਦੇ ਚ ਰਸਤਾ ਵੀ ਸਹੀ ਹੋਵੇ। ਚਲੋ ਇੱਕ ਉਹ ਬੰਦਾ ਸਾਡੇ ਲਾਗੇ ਹੀ ਪਿੰਡ, ਉਹ ਬੰਦਾ ਬੋਲਿਆ ਤਾਂ ਉਹ ਕਹਿਣ ਲੱਗਾ ਵੀ ਜਾ ਤੂੰ ਜ਼ਮੀਨ ਖਰੀਦਣੀ ਹੈ ਤਾਂ ਉਹ ਤੁਹਾਡੇ ਵੱਡੇ ਪਿੰਡ ਦਾ ਕਿਸੇ ਬੰਦਾ ਜ਼ਮੀਨ ਦੇ ਕਰਦਾ ਉਹ ਖਰੀਦਣਾ ਹੈ। ਇਹ ਆਖਣ ਲੱਗਾ ਵੀ ਚਲੋ ਇਹ ਗਿਆ ਫੇਰੀ ਤੇ ਉਸ ਬੰਦੇ ਨੂੰ ਮਿਲ ਲਿਆ। ਉਹ ਲਗਾ ਕਹਿਣ ਵੀ ਮੈਂ 1.5 ਕਿੱਲਾ ਆ। ਉਹ ਅਸੀਂ 1.5 ਕਿੱਲਾ ਜ਼ਮੀਨ ਜਿਹੜੀ ਅਸੀਂ 3,500 ਦੀ ਲਈ। ਅੱਛਾ 3,500 ਦੀ ਉਹਨਾਂ ਦੇ ਨਾਲ 3,500 ਦੀ 1.5 ਕਿੱਲਾ ਜ਼ਮੀਨ? 1.5 ਕਿੱਲਾ ਜ਼ਮੀਨ ਅਸੀਂ ਉਹਨਾਂ ਦੇ ਨਾਲ 3,000 ਵੀ ਇਕੱਠਾ ਕਰਨਾ ਬੜਾ ਔਖਾ ਸੀ। ਉਹ ਵੀ ਫੇਰੀਆਂ ਲਾ ਫੇਰੀ ਵਾਲਾ ਬੰਦਾ ਅਸੀਂ ਉਹ ਲਈਏ।
ਅੱਛਾ ਇੱਕ ਗੱਲ ਦੱਸੋ ਮੈਨੂੰ, ਮੈਂ ਫਿਰ ਤੁਸੀਂ ਚਲੋ ਜ਼ਮੀਨ ਲੈ ਲਈ ਹਾਂ। ਤੇ ਫਿਰ ਉਸ ਤੋਂ ਬਾਅਦ ਮੇਰਾ 2-3 ਕਿੱਲੇ ਬਾਅਦ ਚ ਹੋਰ ਵੀ ਲੈ ਲਈ। ਹਾਂ ਅੱਛਾ ਇਸ ਤੋਂ ਪਹਿਲਾਂ ਜਦੋਂ ਜ਼ਮੀਨ ਨਹੀਂ ਸੀਗੀ ਤੇ ਪਾਪਾ ਦੇ ਫੇਰੀ ਲਾਉਂਦਾ ਸੀ, ਅਜੇ ਮੈਂ- ਨਿੱਕੇ ਸੀਗੇ ਤੇ ਹਾਂ। ਤੁਸੀਂ ਵੀ ਉਹਨਾਂ ਦੇ ਜਿੱਦਾਂ ਜਨਾਨੀਆਂ ਜਾਂ ਪਿੰਡਾਂ ਦੀਆਂ ਲੋਕਾਂ ਦੀਆਂ ਵਾਢੀਆਂ ਕਰਦੀਆਂ ਸੀ ਜਾਂ ਨਹੀਂ। ਸਿੱਟੇ ਚੋਣ ਇਦਾਂ ਕੁਝ ਕੀਤਾ? ਸਿੱਟੇ ਮੈਂ ਜ਼ਰੂਰ ਚੁਗੇ ਨਾ, ਹੂੰ। ਤੇ ਮੈਂ ਬਾਢੀ ਨਹੀਂ ਕਿਸੇ ਦੀ। ਅੱਛਾ, ਸਿੱਟੇ ਚੋਣ ਹਾਂ ਜਾਂਦੇ ਸਿੱਟੇ ਮੈਂ ਚੋਣ ਜਾਂਦੀ ਸੀ, ਹੂੰ ਕਿਉਂ ਫਿਰ ਮਤਲਬ ਆਪਣੀ ਇਹਨਾਂ ਨੇ ਫਿਰ ਨਹੀਂ ਚਾਹ ਜਾਣਾ, ਤੂੰ ਹੂੰ। ਛੋਟਾ ਜਿਹਾ ਹੀ ਹੂੰ। ਤੂੰ ਇਹ ਵੀ ਸਿੱਟੇ ਮੈਂ 2 ਹੀ ਸਾਲ ਅੱਛਾ। ਤੈਨੂੰ ਮਤਲਬ ਤੈਨੂੰ ਨਾਲ ਲੈ ਜਾਣਾ ਤੇ ਮਗਰ ਤੂੰ ਵੀ ਫਿਰਦੇ ਰਹਿਣਾ, ਤੇ ਸਿੱਟੇ ਮੈਂ ਇੱਕੋ ਹੀ ਸਾਲ ਸਿੱਟੇ ਚੁਗੇ ਨਾ, ਹੂੰ। ਦੂਸਰੇ ਸਾਲ ਤੇ ਸਿੱਟੇ ਨਹੀਂ ਮੈਂ ਚੁਗੇ। ਅੱਛਾ ਇਹ ਦੱਸੋ ਫਿਰ ਜਿਸਲੇ ਅਸੀਂ 5 ਭੈਣ ਭਰਾ ਹੋ ਗਏ ਤੇ ਫਿਰ ਉਸ ਵੇਲੇ ਫਿਰ ਬੜੇ ਖਰਚੇ ਵਧ ਗਏ ਹੋਣੇ ਆ ਤੁਹਾਡੇ ਤੇ ਖਰਚੇ ਪੜ੍ਹਾਈ ਤਾਂ ਸਾਡੇ ਦੇ। ਵੱਧ ਗਏ ਸੀ। ਫਿਰ ਉਹਦਾ ਕੀ ਹੱਲ ਕੱਢਿਆ ਫਿਰ? ਉਹਦਾ ਹੱਲ ਤੇ ਜ਼ਮੀਨ ਕੁਝ ਲੱਗੀ ਸੀ ਫਾਇਦਾ ਕੋਈ ਕਰਨ ਤੁਹਾਡੇ? ਫਿਰ ਜ਼ਮੀਨ 'ਚ ਅਸੀਂ ਸੰਤਰਾ ਲਗਾਇਆ। ਅੱਛਾ ਬਾਗ ਲਾ ਲਏ। ਹਾਂ ਫਿਰ ਉਹ ਤਾਂ ਮੈਨੂੰ ਵੀ ਥੋੜੀ ਹੋਸ਼ ਹੈ। ਹਾਂ ਪਹਿਲੇ ਸਾਲ ਤੇ ਹੀ 1.5 ਕਿੱਲਾ ਜ਼ਮੀਨ ਲਈ, ਹੂੰ। ਫਿਰ ਸਾਨੂੰ ਹੋਰ ਉਰੇ ਮਿਲ ਗਈ 3 ਕਿੱਲੇ। ਹੂੰ। ਅਸੀਂ ਉੱਥੇ ਅਸੀਂ ਮਤਲਬ ਲੋਕੀ ਸੰਤਰਾ ਲਗਾਉਂਦੇ ਪਏ ਸੀ, ਅਸੀਂ ਵੀ ਨਾ ਪਹਿਲੇ ਸਾਲ ਅਸੀਂ ਮਰੂਦ ਲਾਏ। ਹੂੰ। ਮਰੂਦ ਲਾਏ ਉਹ ਕੋਈ 3-4 ਸਾਲ ਹੋ ਰਹੇ, ਹੂੰ। ਉਹਨੇ ਦੇਣੇ ਮਰੂਦ ਜਿਹੜੇ ਹੈ ਨਾ ਰੁਪਈਏ ਕਿਲੋ, 12 ਆਨੇ ਕਿਲੋ ਮਰੂਦ ਸੀ। ਹੂੰ। ਅਗਾ ਬਾਤੀ ਮਰੂਦ ਐਡਾ ਮੋਟਾ। ਹੂੰ। ਚਲੋ ਉਹਦੇ ਚ 22 ਤਾਂ ਘੱਟ ਹੋਈ, ਲੋਕੀ ਸੰਤਰਾ ਲਾਪੇ ਲਾਣ, ਹੂੰ। ਅਸੀਂ ਵੀ ਮਰੂਦ ਵੱਡੇ ਤੇ ਸੰਤਰਾ ਲਾ ਲਿਆ। ਅੱਛਾ। ਮਰੂਦ ਵੱਢ ਦਿੱਤੇ ਕੋਈ 4 ਸਾਲ ਤੋਂ 5 ਤੋਂ ਬਾਅਦ, ਹੂੰ। 5-6-7 ਸਾਲ ਤੋਂ ਬਾਅਦ ਅਸੀਂ ਮਰੂਦ ਵੱਡੇ ਹੂੰ। ਤੇ ਸੰਤਰਾ ਲਾ ਲਿਆ। ਹੂੰ। ਵਿੱਚ ਅੰਬਾਂ ਦੇ ਬੂਟੇ ਲਾ ਲਏ, ਵਿੱਚ ਸੰਤਰਾ ਲਾ ਲਿਆ। ਹੂੰ। ਉਹ ਫਿਰ ਜਿਹੜਾ ਸੰਤਰਾ ਸੀ ਨਾ, ਹੂੰ। ਉਹ ਮਤਲਬ ਹਰ ਫਸਲ ਦਾ 27-28 ਹਜ਼ਾਰ ਰੁਪਇਆ ਉਹਦਾ, 40 ਵੀ ਬਟੋ ਜਾਣਾ, ਹੂੰ। ਬਸ 40 ਤੱਕ ਹੀ ਵੱਢਿਆ, ਬਾਅਦ ਨਹੀਂ ਵੱਢਿਆ। ਅੱਛਾ। ਤੇ ਵਿੱਚ ਫਸਲ ਵੀ ਲਾ ਲਈ। ਹੂੰ। ਉਹਨੇ ਜਿਹੜੇ ਸੁੱਕੀਆਂ ਜ਼ਮੀਨਾਂ ਸੀਗੀਆਂ, ਹੂੰ। ਪਾਣੀ ਹੈ ਨਹੀਂ ਸੀ, ਹੂੰ। ਛੋਲੇ ਹੋ ਜਾਣੇ, ਸਰੋਂ ਹੋ ਜਾਣੀ, ਹੂੰ। ਤੇ ਆਪਣੇ ਕਣਕ ਹੋਣੀ, ਹੂੰ। ਝੋਨਾ ਹੁੰਦਾ ਨਹੀਂ ਸੀ। ਝੋਨਾ ਤੋਂ ਉਸ ਤੋਂ ਬਾਅਦ ਬੜੇ ਚਿਰ ਬਾਅਦ ਸਰਕਾਰੀ ਟਿਊਬਲ ਲੱਗੇ, ਹੂੰ। ਤੇ ਫਿਰ ਅਸੀਂ ਝੋਨਾ ਜਾਣਾ ਅਸੀਂ ਲਾਉਣ ਲੱਗੇ। ਅੱਛਾ। ਹਾਂ ਫਿਰ ਜਿਹੜੇ ਝੋਨਾ ਲਾਉਣ ਲੱਗ ਪਏ, ਫਿਰ ਵੈਸੇ ਕਮਾਈ ਜ਼ਿਆਦਾ ਹੋ ਗਈ, ਹੂੰ। ਨਾਲ ਝੋਨੇ ਦੀ ਕਮਾਈ ਜਿਹੜੀ ਸੀ ਉਹ ਜ਼ਿਆਦਾ ਹੋ ਗਈ, ਸੰਤਰਿਆਂ ਕੋਲੋਂ ਵੀ ਜ਼ਿਆਦਾ ਹੋ ਗਈ। ਹੂੰ। ਇਸ ਤਰ੍ਹਾਂ ਕਰਕੇ ਅਸੀਂ ਆਪਣਾ ਟਾਈਮ ਜਿਹੜਾ ਹੂੰ। ਅੱਛਾ ਟਾਈਮ ਕੱਢਿਆ, ਗਰੀਬੀ ਦਾ ਵੀ ਕੱਢਿਆ, ਹੂੰ। ਪੜ੍ਹਾਏ ਵੀ ਤੁਹਾਨੂੰ, ਹੂੰ। ਸਾਰੇ ਕੰਮ ਕੀਤੇ। ਅੱਛਾ ਹੁਣ ਇਹ ਦੱਸ ਫਿਰ ਇਹ ਤੁਹਾਡੇ ਦਿਮਾਗ 'ਚੋਂ ਕਿੱਥੇ ਆਈ ਸੀ ਗੱਲ, ਜਿਸ ਤਰ੍ਹਾਂ ਮੈਂ ਵੱਡਾ ਸੀ ਵੀ ਇਹਨੂੰ ਇੰਜੀਨੀਅਰ ਬਣਾਉਣਾ ਹੈ ਜਾਂ ਡਾਕਟਰ ਬਣਾਉਣਾ ਹੈ, ਇਹ ਕਾਢਾਂ ਕਿੱਥੋਂ ਨਿਕਲੀਆਂ ਸੀ? ਇਹ ਕਾਢਾਂ ਨਿਕਲੀਆਂ ਸੀ ਕਿ ਤੂੰ ਹੋ ਗਿਆ 11ਵੀਂ ਚ ਹੂੰ। ਤੇ ਛੱਬਾ ਹੋ ਗਿਆ 9ਵੀਂ ਚ। ਹੂੰ। 10ਵੀਂ ਚ ਜਦੋਂ ਤੂੰ ਹੋਇਆ, 10ਵੀਂ ਤੇਰੀ ਪਾਸ ਹੋ ਗਈ ਤੇ 11ਵੀਂ ਚ ਹੋਇਆ ਤੇ ਪਾਪਾ ਤੇਰਾ ਤੈਨੂੰ ਕਹਿਣ ਲੱਗਾ ਕਿ ਭਾਈ ਕੋਈ ਕੰਮ ਕੁਮ ਸਿੱਖ ਲੈ, ਹੂੰ। ਸਾਰੇ 10ਵੀਂ ਕਰਦੇ ਜਾਣਗੇ। ਹੂੰ। ਕਿਹਾ ਵੀ ਨਹੀਂ ਮੈਂ ਪੜ੍ਹਨਾ। ਹੂੰ। ਚਲੋ ਤੈਨੂੰ ਅਸੀਂ ਜਿਸ ਤਰ੍ਹਾਂ ਵੀ ਹੈ ਸੀ, ਤੈਨੂੰ ਔਖੇ ਸੌਖੇ ਹੋ ਕੇ ਤੈਨੂੰ ਅਸੀਂ ਪੜਾਇਆ, ਹੂੰ। ਪੜਾ ਦਿੱਤਾ, ਕੋਰਸ ਕਰਾਉਣ ਤੈਨੂੰ ਭੇਜ ਦਿੱਤਾ। ਹੂੰ। ਮਗਰਲੇ ਨਿਆਣੇ ਜਿਹੜੇ ਸੀ ਉਹ ਵੀ ਤੁਰ ਪਏ ਮਗਰ। ਹੂੰ। ਇਹ ਨਾ ਵੀ ਆਪਣੀ ਹੀ ਕਮਾਈ ਦੇ ਵਿੱਚੋਂ ਟਾਈਮ ਪਾਸ ਜਿਹੜਾ ਨਾ ਕਰਦੇ ਰਹੇ। ਅੱਛਾ ਭਾਬੀ ਫਿਰ ਜਿਸਲੇ ਜ਼ਮੀਨ ਵੀ ਲੈ ਲਈ, ਅਸੀਂ ਪੜ੍ਹਨਾ ਵੀ ਸ਼ੁਰੂ ਕਰਤਾ ਕਿ ਉਸ ਵੇਲੇ ਤੇ ਸਾਨੂੰ ਵੀ ਸਮਝ ਆਉਣਾ ਸ਼ੁਰੂ ਹੋ ਗਈ ਸੀ, ਸਾਨੂੰ ਵੀ ਪਤਾ ਸੀ ਵੀ ਸਾਡੇ ਘਰ ਦਾ ਕੀ ਸੀਨ ਹੈ, ਕੀ ਹੈ। ਫਿਰ ਜਿੱਦਾਂ ਮੈਂ ਇੰਜੀਨੀਅਰ ਬਣਨ ਚਲਾ ਗਿਆ ਜੰਮੂ, ਤੇ ਸ਼ੱਬਾ ਜਿਹੜਾ ਉਹ ਡਾਕਟਰ ਬਣਨ ਚਲਾ ਗਿਆ, ਕੁੜੀਆਂ ਪੜ੍ਹਨਾ ਸ਼ੁਰੂ ਹੋ ਗਈਆਂ, ਫਿਰ ਸਾਰਾ ਕੁਝ ਚੱਲ ਰਿਹਾ। ਫਿਰ ਮੈਂ ਚੰਡੀਗੜ੍ਹ ਆ ਗਿਆ, ਇੱਥੇ ਆ ਕੇ ਆਪਣਾ ਇੱਕ ਕੋਚਿੰਗ ਸੈਂਟਰ ਜਿਹਾ ਸ਼ੁਰੂ ਕਰ ਲਿਆ, ਤੁਸੀਂ ਉੱਥੇ ਰਹੇ ਹੈ ਨਾ। ਤੇ ਫਿਰ ਇੱਕ ਐਸਾ ਟਾਈਮ ਵੀ ਆਇਆ ਕਿ ਫਿਰ ਅਸੀਂ ਤੁਹਾਨੂੰ ਕਿਹਾ ਵੀ ਹੁਣ ਤੁਸੀਂ ਪਿੰਡ ਛੱਡੋ ਸਾਡੇ ਕੋਲ ਤੇ ਇੱਥੇ ਆ ਜਾਓ। ਠੀਕ ਹੈ। ਅੱਛਾ ਉਸ ਵੇਲੇ ਜਿਹੜੇ ਅਸੀਂ ਬਾਹਰ ਰਹਿ ਰਹੇ ਸੀਗੇ ਤੇ ਤੁਸੀਂ ਪਿੰਡ ਰਹਿ ਰਹੇ ਸੀ, ਦੋਨੋਂ ਜਣੇ ਅਸੀਂ ਸਾਰੇ ਕੋਈ ਬਾਹਰ ਰਹੀ, ਅਸੀਂ ਕੁੜੀਆਂ ਪੜ੍ਹ ਰਹੀਆਂ ਸੀ, ਅਸੀਂ ਚੰਡੀਗੜ੍ਹ ਆ ਗਏ, ਅਸੀਂ ਆਪਣਾ ਇੰਸਟੀਚਿਊਟ ਜਿਹਾ ਲੱਭੇ ਚਲਾਉਣ। ਤੇ ਉਸ ਵੇਲੇ ਫਿਰ ਤੁਸੀਂ ਪਿੱਛੋਂ ਦੋਨੇ ਜਣੇ ਰਹਿੰਦੇ ਸੀਗੇ, ਉਸ ਵੇਲੇ ਕਿਸ ਤਰ੍ਹਾਂ ਦੀਆਂ ਮਤਲਬ ਕੀ ਤੁਹਾਨੂੰ ਕੀ ਲੱਗ ਰਿਹਾ ਸੀ ਵੀ ਤੁਸੀਂ ਕੀ ਕੀਤਾ ਤੇ ਕੀ ਕਰ ਰਹੇ ਹੋ ਹੁਣ? ਸਾਨੂੰ ਕੀ ਲੱਗਦਾ ਸੀ, ਅਸੀਂ ਬੜੇ ਖੁਸ਼ ਹੁੰਦੇ ਸੀ ਕਿ ਸਾਡੇ ਬੱਚੇ ਬਾਹਰ ਗਏ ਨੇ,
ਹਾਂ ਪੜ੍ਹੇ ਕਰ ਦੇਣਾ, ਕੋਰਸ ਕਰੇ ਕਰ ਦੇਣਾ। ਅਸੀਂ ਜੋ ਵੀ ਮਤਲਬ ਅਸੀਂ ਕੀਤਾ, ਸਾਡੀ ਮਿਹਨਤ ਦਾ ਰੱਬ ਫਲ ਸਾਨੂੰ ਦੇ ਕਰਦਾ। ਸਾਡੇ ਬੱਚੇ ਪੜ੍ਹੇ ਕਰ ਦੇਣਾ। ਫਿਰ ਮਤਲਬ ਇਸੇ ਖੁਸ਼ੀ ਦੇ ਵਿੱਚ ਹੀ ਟਾਈਮ ਜਿਹੜਾ ਉਹ ਛੱਡਦਾ। ਸਾਰਾ ਦਿਨ ਕੰਮ ਕਰਦੇ ਸੀ ਖੇਤਾਂ ਦੇ ਵਿੱਚ, ਫਿਰ ਰਾਤ ਨੂੰ ਆਣ ਕੇ ਰੋਟੀ ਬਣਾਣੀ, ਖਾਣੀ, ਦੁੱਧ ਕੱਢਣ, ਧਾਰ ਦੁੱਧ ਹੋਣਾ, ਉਹ ਗਰਮ ਕਰਨਾ, ਪੀਣਾ। ਫਿਰ ਇਹ ਬੜੀ ਸਾਨੂੰ। ਅੱਛਾ ਭਾਬੀ, ਹੁਣ ਇਹ ਦੱਸ ਵੀ ਜਿੱਦਾਂ ਮੈਨੂੰ ਤੇ ਹੋ ਗਿਆ ਲਗਭਗ 30 ਸਾਲ। ਹਾਂ 30 ਕਿਉਂ, ਮੈਨੂੰ ਤੇ 35-40 ਸਾਲ ਹੋ ਚਲੇ ਲਗਭਗ। 16 ਕੁ ਸਾਲਾਂ ਦਾ ਸੀ, 17 ਦਾ ਜਦੋਂ ਮੈਂ ਪਿੰਡ ਛੱਡਿਆ। ਹਾਂ ਪਿੰਡ ਤੇ ਹੁਣ ਛੱਡਿਆ। ਮੈਨੂੰ 53ਵਾਂ ਸਾਲ ਲੱਗਾ, 35-36 ਸਾਲ ਹੋ ਚਲੇ। ਹਾਂਜੀ ਹਾਂਜੀ। ਔਰ ਹੁਣ ਮੇਰੇ ਖਿਆਲ 15-16 ਸਾਲ 20 ਸਾਲ ਤੁਹਾਨੂੰ ਵੀ ਹੋ ਗਏ ਪਿੰਡ ਛੱਡਿਆ ਤੇ ਚੰਡੀਗੜ੍ਹ ਮੋਹਾਲੀ ਰਹਿੰਦੇ ਆ। ਹਾਂ ਇੰਨਾ ਚਿਰ ਤੋਂ ਹੋ ਗਿਆ। ਦੀਬੂ ਦੇ ਹੀ ਜਨਮ ਤੋਂ ਅਸੀਂ ਇੱਥੇ ਸ਼ੁਰੂ ਕਰ ਦਿੱਤਾ ਸੀ ਆਉਣਾ ਜਾਣਾ ਮਤਾ। ਹਾਂ ਫਿਰ ਮੁੰਨੇ ਦੇ ਬਾਰੇ 'ਚ ਵੀ ਚਲੇ ਜਾਂਦੇ ਸੀ, ਆ ਜਾਂਦੇ ਸੀ। ਫਿਰ ਜਿਉਂਦਾ ਗੈਰੀ ਹੋਏ ਦਾ ਹੁੰਦੇ ਤੇ ਪੱਕੇ ਇੱਥੇ ਹੀ ਰਹੇ। ਅੱਛਾ ਹੁਣ ਇਹ ਦੱਸੋ ਵੀ ਤੁਸੀਂ ਜਦੋਂ ਪਿੰਡ ਰਹਿੰਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਤੁਸੀਂ ਫਿਰ ਪਰਮਾਨੈਂਟਲੀ ਇੱਥੇ ਆ ਗਏ ਹਾਂ ਤੇ ਸਾਨੂੰ ਪਿੰਡ ਵਾਲੀ ਜ਼ਮੀਨ ਵੀ ਵੇਚਣੀ ਪਈ। ਠੀਕ ਹੈ। ਤੋ ਜ਼ਮੀਨ ਵੇਚਣ ਦੇ ਕਾਰਨ ਕਈ ਸੀਗੇ। ਹਾਂ ਹਾਂ ਉਹਦਾ ਕਾਰਨ ਇੱਕ ਇਹ ਵੀ ਸੀਗਾ ਕਿ ਜ਼ਮੀਨ ਨੂੰ ਕੋਈ ਸਾਂਭਣ ਵਾਲਾ ਨਹੀਂ ਸੀ। ਬਿਲਕੁਲ ਪਰ ਬਿਲਕੁਲ। ਜਦੋਂ ਤੁਹਾਨੂੰ ਕਿਉਂਕਿ ਤੁਸੀਂ ਉਹ ਜ਼ਮੀਨ ਬੜੀ ਮੁਸ਼ਕਲ ਨਾਲ ਬਣਾਈ ਸੀ, ਬੜੀ ਸੀ। ਖਰੀਦੀ ਸੀਗੀ, ਤੇ ਜਦੋਂ ਉਹ ਜ਼ਮੀਨ ਵੇਚੀ ਤੇ ਉਸ ਵੇਲੇ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਉਹ ਜ਼ਮੀਨ ਲੈਣੀ ਸੀ ਉਸ ਵੇਲੇ ਤੂੰ ਵੀ ਆਪਣੀਆਂ ਕੁਝ ਸੋਨੇ ਦੀਆਂ ਟੂੰਬਾਂ, ਮੈਂ ਤੇ- ਬਾਲੀਆਂ ਬੋਲੀਆਂ ਵੇਚੀਆਂ ਸੀਗੀਆਂ ਵੀ ਜ਼ਮੀਨ ਲੈਣੀ ਹੈ। ਤੇ ਜ਼ਮੀਨ ਬਾਅਦ ਜਿਸ ਲਈ ਉਹ ਫਿਰ ਵਿਕੀ ਤੇ ਉਸ ਵੇਲੇ ਤੇਰੇ ਤੇ ਕੀ ਬੀਤੀ ਸੀਗੀ? ਉਸ ਵੇਲੇ ਕੀ ਮਹਿਸੂਸ ਕੀਤਾ ਸੀ ਜਦੋਂ ਤੁਹਾਨੂੰ ਜ਼ਮੀਨ ਵੇਚੀ ਅਸੀਂ? ਪਹਿਲੇ ਤਾਂ ਮੈਂ ਆਪਣੇ ਗਹਿਣੇ ਗੱਟੇ ਸਾਰੇ ਵੇਚ ਕੇ ਤੇ ਜ਼ਮੀਨ ਖਰੀਦੀ। 5 ਕਿੱਲੇ ਜ਼ਮੀਨ ਬਣਾਈ। ਕਿਸ ਤਰ੍ਹਾਂ ਬਣਾਈ ਉਹ ਸਾਨੂੰ ਹੀ ਪਤਾ ਹੈ। ਕਿਸ ਤਰ੍ਹਾਂ ਹੀ ਉਸ ਟਾਈਮ ਬਣਾਉਂਦੇ ਸੀ ਉਹਨੂੰ। ਫਿਰ ਅਸੀਂ ਇੱਥੇ ਆ ਗਏ, ਤੁਹਾਡੇ ਕੋਲ ਆ ਗਏ। ਫਿਰ ਤੁਹਾਡੇ ਕੋਲ ਆਉਣ ਦੇ ਨਾਲ ਫਿਰ ਸਾਨੂੰ ਉਹ ਜ਼ਮੀਨ ਜਿਹੜੀ ਹੈ ਨਾ, ਉਹ ਸਾਡੇ ਗੁਆਂਢੀ ਜਿਹੜੇ ਉਹ ਬੜੇ ਖਰਾਬ ਬੰਦੇ ਸੀ। ਉਹ ਹਰ ਵਾਰੀ ਸਾਡਾ ਗੁਆਂਢੀ ਹਰ ਜਗ੍ਹਾ ਤੇ ਖਰਾਬ ਹੀ ਹੁੰਦੇ। ਹਾਂ ਖਰਾਬ ਸੀ। ਉਹਨਾਂ ਨੇ ਜਦੋਂ ਫਸਲ ਖਤਮ ਹੋਣੀ ਤੇ ਉਹ ਬੰਨੇ ਬੁੰਨੇ ਲੱਗਣਾ ਬਣਾਉਣ, ਉਹਨਾਂ ਨੇ ਕੋਈ ਚੱਪਾ ਸਾਡੇ ਵੱਲੋਂ ਬਣਾਉਣਾ, ਮਿੱਟੀ ਪੁੱਟਣੀ, ਸਾਡੇ ਵੱਲ ਸੁੱਟ ਦੇਣੀ, ਆਪਣੇ ਵਾਲੀ ਜਗ੍ਹਾ ਬਣਾ ਲੈਣੀ। ਉਹ ਫਿਰ ਅਸੀਂ ਸੋਚਿਆ ਵੀ ਅਸੀਂ ਤਾਂ ਹੁਣ ਇੱਥੇ ਚੰਡੀਗੜ੍ਹ ਰਹਿਣਾ ਤੇ ਸਾਨੂੰ ਉਸ ਜ਼ਮੀਨ ਦਾ ਕੀ ਫਾਇਦਾ। ਚਲੋ ਵੇਚ ਦਿਓ, ਅੱਜ ਵਿੰਦੀ ਹੈ ਤੇ ਕੱਲ ਵੀ ਇਹਨਾਂ ਦੀ ਹੈ। ਅਸੀਂ ਕੀ ਮਤਲਬ ਕਰਨਾ ਚਾਹਦੇ ਅਸੀਂ ਤੇ ਹੁਣ ਬੱਚੇ ਵਿਆਹ ਲੈਣਾ ਤੇ ਅਸੀਂ ਫਿਰ ਤੈਨੂੰ ਕੋਈ ਸੋਚਿਆ। ਉਸ ਵੇਲੇ ਮੰਦਾ ਨਹੀਂ ਲੱਗਿਆ ਜਦੋਂ ਜ਼ਮੀਨ ਵੇਚੀ? ਮੰਦਾ ਤੇ ਬਹੁਤ ਲੱਗਾ ਸੀ। ਕਿਉਂਕਿ ਤੁਸੀਂ ਕਾਫੀ ਤੁਹਾਡਾ ਵਾਹ ਵਾਸਤਾ ਰਿਹਾ, ਉੱਥੋਂ ਹੀ ਤੁਸੀਂ ਬੜਾ ਕੁਝ ਕੀਤਾ ਉਸ ਬਹੁਤ ਜ਼ਮੀਨ ਤੋਂ ਕੁਝ ਹੀ। ਕੀਤਾ। ਪੜ੍ਹਾਈਆਂ ਤੁਹਾਡੀਆਂ ਉਹਦੇ ਚੋਂ ਕੀਤੀਆਂ, ਕੋਰਸ ਤੁਹਾਡੇ ਉਹਦੇ ਚੋਂ ਕੀਤੇ। ਚਲੋ ਤੁਸੀਂ ਕਮਾਉਣ ਲੱਗ ਪਏ, ਸ਼ਾਦੀਆਂ ਵਿੱਚ ਕਰਦੇ ਸੀ ਸਭ ਕੁਝ ਪਾ ਲਾ ਕੇ ਸਾਰੇ ਢੰਗ। ਪਰ ਜਿਸ ਵੇਲੇ ਜ਼ਮੀਨ ਵੇਚੀ ਹੈ ਵੀ ਉਸ ਵੇਲੇ ਤੁਹਾਨੂੰ ਪਤਾ ਹੀ ਹੈ ਵੀ ਕੀ ਹਾਲ ਹੋਇਆ ਸੀ ਮੇਰਾ। ਕਿੰਨੇ ਦਿਨ ਮੈਂ ਰੋਂਦੀ ਰਹੀ ਸੀ ਵੀ ਉਹ ਜ਼ਮੀਨ, ਮੈਂ ਜਿੰਨਾ ਕੁ ਤੁਹਾਡੇ ਨਾਲ ਪਿਆਰ ਕਰਦੀ ਸੀ ਇੰਨਾ ਕੁ ਮੈਂ ਉਸ ਜ਼ਮੀਨ ਨਾਲ ਪਿਆਰ ਕਰਦੇ ਸੀ ਅਸੀਂ। ਮੈਨੂੰ ਜ਼ਮੀਨ ਵੇਚਣਾ ਜਿਹੜਾ ਬੜਾ ਬੜਾ ਦੁਖਦਾਇਕ ਸੀ। ਬਹੁਤ ਦੁੱਖ ਲੱਗਾ। ਪਰ ਕਿਤੇ ਕਿਤੇ ਮੈਨੂੰ ਬਾਬੀ ਇਹ ਵੀ ਲੱਗਦਾ ਵੀ ਚੰਗਾ ਵੀ ਹੋਇਆ, ਕਿਉਂਕਿ ਨਹੀਂ, ਉਹ ਚੰਗਾ ਤੇ ਜ਼ਮੀਨ ਹੋ ਨਾਲ ਗਿਆ। ਅਸੀਂ ਉਹਨੂੰ ਪੂਰੀ ਤਰ੍ਹਾਂ ਬਾਹ ਨਹੀਂ ਰਹੇ ਸੀ, ਨਹੀਂ, ਰੱਖ ਬਾਂਹ ਨਹੀਂ ਰਖਾਵ ਸੀ ਨਹੀਂ ਕਰ ਉਹਨੂੰ ਕਰਦੇ ਰਹੇ। ਹੀ ਆਂਢੀ ਸਾਂਭਦੇ। ਗੁਆਂਢੀ ਜਿਹੜੇ ਸੀ ਉਹ ਸਾਲੇ ਦੁਖੀ ਕਰ ਰਹੇ ਦੁਖੀ ਸੀ। ਕਰਦੇ ਸੀ। ਤੇ ਹੁਣ ਚਲੋ ਕਿਸੇ ਨੂੰ ਵੇਚਤੀ ਆ, ਉਹਨੂੰ ਮਾਵਾਂ ਵਾਂਗ ਰੱਖੇਗਾ ਤੇ ਸਹੀ ਨਾ, ਉਹਨੂੰ ਪਾਲੇਗਾ ਤੇ ਸਹੀ ਨਾ। ਹਾਂ ਬਹੁਤਾ ਦੁੱਖ ਲੱਗਾ। ਖਰੇ ਅਸੀਂ ਨਾ ਵੀ ਵੇਚਦੇ, ਉਹ ਸਾਡੀ ਪਿਆਲੀ ਦੇ ਸਾਹਮਣੇ ਉਹਨਾਂ ਨੇ ਮਸਾਨ ਘਾਟ ਖੂਹ ਦੇ ਉੱਤੇ ਬਣਾ ਲਿਆ, ਜਿਹੜਾ ਰਾਮ ਲਾਲ ਹੁੰਦਾ ਸੀ। ਤੇ ਉਹਨਾਂ ਸਾਡੇ ਖੂਹ ਤੇ ਉਹ ਬਣਾ ਲਿਆ। ਫਿਰ ਅਸੀਂ ਸੋਚਿਆ ਵੀ ਹੁਣ ਸਾਡਾ ਇੱਥੇ ਰਹਿਣਾ ਜਿਹੜਾ ਮੁਸ਼ਕਲ, ਅੱਗੇ ਤਾਂ ਇਕੱਲੇ ਕਬੱਲੇ ਵੀ ਅਸੀਂ ਰਹਿ ਜਾਂਦੇ ਸੀ। ਨਾਲੇ ਮੁੱਕਦੀ ਗੱਲ ਕੀ ਬਸ ਸਾਡੇ ਇੱਥੇ ਆਉਣ ਦਾ ਕਾਰਨ ਹੈ ਤੇ ਜ਼ਮੀਨ ਵੇਚਣ ਦਾ ਕਾਰਨ ਅੱਛਾ ਇਹ ਇੱਕ ਹੈ। ਗੱਲ ਹੋਰ ਦੱਸ ਬਾਬੇ, ਜਦੋਂ ਤੂੰ ਸ਼ੁਰੂ ਚ ਆਈ ਸੀ ਤੂੰ ਬੜੀ ਪਰੇਸ਼ਾਨ ਰਹਿੰਦੀ ਹੁੰਦੀ ਸੀ, ਤੇਰਾ ਇੱਥੇ ਦਿਲ ਨਹੀਂ ਲੱਗਦਾ ਹੁੰਦਾ ਸੀ, ਹਾਲਾਂਕਿ ਸਾਡੇ ਨਾਲ ਹੀ ਰਹਿੰਦੀ ਸੀ। ਤੇ ਹੁਣ ਅੱਜ ਕੱਲ ਫਿਰ ਉਸ ਤੋਂ ਬਾਅਦ ਤੇਰਾ ਦਿਲ ਲੱਗਣਾ ਸ਼ੁਰੂ ਹੋ ਗਿਆ? ਮੈਂ ਸ਼ੁਰੂ ਚ ਜਿਹੜੇ ਤਾਂ ਨਹੀਂ ਲੱਗਦਾ ਹੁੰਦਾ ਤੇ ਕੁੜੀਆਂ ਘਰ ਨੇ ਇੱਕ ਅੱਧੀ ਮਤਲਬ ਪਹਿਲੇ 2 ਘਰ ਰਹੀਆਂ, ਇੱਕ ਵਿਆਹ ਵਾਲੀ। ਤੇ ਫਿਰ ਉਸ ਤੋਂ ਬਾਅਦ ਜਿਹੜੇ ਕੁੜੀਆਂ ਆਪੋ ਆਪਣੇ ਘਰਾਂ ਨੂੰ ਚਲੇ ਗਈਆਂ, ਤੁਹਾਡੇ ਦੋਨਾਂ ਦੇ ਵਿਆਹ ਹੋ ਗਏ, ਅਸੀਂ ਪੱਕਾ ਇੱਥੇ ਰਹਿਣ ਲੱਗੇ। ਹੁਣ ਤੇ ਮਨ ਉਧਰੋਂ
ਕਰਦਾ ਨਹੀਂ। ਹੁਣ ਤੇ ਮੈਂ ਸਮਾਂ ਕਹਿੰਦੀ ਹਾਂ ਵੀ ਜਿਹੜਾ ਸਾਡਾ ਆਪਣਾ ਮਕਾਨ ਹੈ ਉਹਨੂੰ ਅਸੀਂ ਵੇਚ ਦਈਏ ਤੇ ਚੰਗਾ ਕਰੀਏ। ਫਿਰ ਉਸ ਮਕਾਨ ਨਾਲ ਤੇ ਤੁਹਾਡੀਆਂ ਸਾਡੀਆਂ ਸਾਰਿਆਂ ਦੀਆਂ ਅਜੇ ਤੇ ਉਹਦੇ ਨਾਲ ਹੈ ਨਾ ਤੰਗ ਯਾਦਾਂ ਵੀ ਹੈ ਨਾ, ਤਾਂਗਾਂ ਵੀ ਹੈ ਨਾ। ਵੀ ਇਹ ਸੋਚਨੇ ਆ ਵੀ ਉੱਥੇ ਜਾ ਕੇ ਕੀ ਕਰਾਂਗੇ। ਹੁਣ ਇੱਥੇ ਮੇਰਾ ਮਨ ਮਤਲਬ ਆਪਣੇ ਪੋਤਰਿਆਂ 'ਚ ਪੋਤਰੀ 'ਚ ਲੱਗਾ ਰਹਿੰਦਾ। ਮਤਲਬ ਹਰ ਟਾਈਮ ਮਤਲਬ ਚਲੇ ਜਾਂਦੀਆਂ ਨੇ, ਸਕੂਲ ਜਾਂਦੀਆਂ ਨੇ, ਮੈਂ ਉਹਨਾਂ ਦੇ ਆਉਂਦਿਆਂ ਨੂੰ ਖੁਸ਼ੀ ਖੁਸ਼ੀ ਨਾਲ ਰੋਟੀਆਂ ਪਕਾਉਂਦੀਆਂ। ਬੱਚੇ ਆਉਂਦੇ ਨੇ ਘਰ, ਗੈਰੀ ਆਉਂਦਾ, ਮੁਗਲ ਆਉਂਦਾ, ਉਹਨਾਂ ਨੂੰ ਆਉਂਦੀਆਂ ਫਿਰ ਕੱਪੜੇ ਖੋਲੋ, ਰੋਟੀ ਖਾਓ। ਬੜੀ ਖੁਸ਼ੀ ਹੁੰਦੀ ਹੈ ਮੈਨੂੰ ਦੇਖ ਕੇ ਨਾਲ ਮੈਂ ਆਪਣੇ ਘਰ ਪਰਿਵਾਰ 'ਚ ਮੈਂ ਬੜੀ ਮਤਲਬ ਖੁਸ਼ ਹਾਂ। ਅੱਛਾ ਇਹ ਦੱਸ ਵੀ ਜਿਸ ਤਰ੍ਹਾਂ ਮੈਂ ਇੱਥੇ ਆਇਆ, ਮੈਂ ਆਪਣਾ ਕੰਮ ਸ਼ੁਰੂ ਕਰ ਲਿਆ, ਫਿਰ ਮਾੜਾ ਮੋਟਾ ਲਿਖਣਾ ਸ਼ੁਰੂ ਕਰਤਾ। ਅਖਬਾਰਾਂ 'ਚ ਫੋਟੋਆਂ ਲੱਭੀਆਂ ਛਪਣ, ਕਿਤਾਬਾਂ ਲੱਭੇ ਛਪਣ, ਫਿਰ ਛੱਬਾ ਡਾਕਟਰ ਬਣ ਗਿਆ। ਤੇ ਉਸ ਵੇਲੇ ਫਿਰ ਤੁਹਾਨੂੰ ਕੀ ਮਹਿਸੂਸ ਹੁੰਦਾ ਸੀ? ਉਸ ਵੇਲੇ ਤੁਹਾਨੂੰ ਕੀ ਲੱਗਦਾ ਸੀ ਵੀ ਇਹ ਸਾਰਾ ਕੁਝ ਕੀ ਹੈ? ਭਾਈ ਉਸ ਵੇਲੇ ਦਾ ਤੇ ਸਾਰਾ ਕੁਝ ਕਦੇ ਸੋਚਿਆ ਸੀ ਵੀ ਇਦਾਂ ਵੀ ਹੋਏਗਾ? ਇਹੋ ਤੇ ਅਜੇ ਵੀ ਕਿਸੇ ਵੇਲੇ ਦੀ ਸੋਚ ਆ ਜਾਂਦੀ ਹੈ ਜੇ ਕਿਤੇ ਪਿੱਛੇ ਧਿਆਨ ਚਲੇ ਜਾਏ। ਕਿੱਥੇ ਸਾਡਾ ਬਾਬਾ ਉਹ ਸਾਈਕਲ ਦੇ ਉੱਪਰ ਸੰਦੂਕ ਰੱਖ ਕੇ ਚੱਪਲਾਂ ਵੇਚਦਾ ਸੀ, ਪਿੰਡ ਪਿੰਡ ਜਾਂਦਾ ਸੀ। ਔਰ ਤੇ ਫਿਰ ਬਾਅਦ ਵਿੱਚ ਅਸੀਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਆ ਗਏ। ਤੇ ਤੂੰ ਜਦੋਂ ਛੱਬੇ ਨਾਲ ਜਾਂਦੀ ਹੈ, ਜਿੱਥੇ ਕਿਤੇ ਕੋਈ ਪ੍ਰੋਗਰਾਮ ਹੁੰਦਾ ਉੱਥੇ, ਫਿਰ ਉਸ ਵੇਲੇ ਕੀ ਮਹਿਸੂਸ ਹੁੰਦਾ ਹੈ? ਉਸ ਵੇਲੇ ਮਹਿਸੂਸ ਇਹ ਹੁੰਦਾ ਕਿ ਮੈਂ ਬੜੀ ਭਾਗਾਂ ਵਾਲੀ ਹਾਂ, ਬੜੀ ਕਿਸਮਤ ਵਾਲੀ ਹਾਂ। ਮੈਂ ਜਿਹੜੇ ਆਪਣੇ ਬੱਚਿਆਂ ਦੇ ਨਾਲ ਮੈਂ ਇਹ ਕਰਨੀ ਆ, ਮੇਰੇ ਬੱਚੇ ਮੈਨੂੰ ਥਾਂ ਥਾਂ ਘੁਮਾਣ ਖੜਦੇ ਨੇ। ਉਹਦੀ ਬਾਤ ਕਿਸਮਤ ਸਮਝਣੀ ਆ ਵੀ ਜਿਹੜਾ ਮੇਰੇ ਕੋਲੋਂ ਪਹਿਲੇ ਚਲੇ ਗਿਆ। ਚਲੋ ਉਹ ਤੇ ਰੱਬ ਦੇ ਹੱਥ ਹੈ। ਉਹ ਵੀ ਅੱਜ ਮੈਂ ਇੰਨੇ ਰੰਗ ਦੇਖੇ ਕਰਨੀਆਂ, ਖੁਸ਼ ਹੋ ਕੇ ਦੇਖੇ ਕਰਨੀਆਂ। ਅੱਜ ਉਹ ਵੀ ਹੁੰਦਾ ਤਾਂ ਵੀ ਖੁਸ਼ੀ ਖੁਸ਼ੀ ਨਾਲ ਦੇਖਦਾ। ਅੱਜ ਜੋ ਅਸੀਂ ਆਪਣੀ ਕੁੜੀ ਦੇ ਬਾਰੇ ਸੋਚਨੇ ਆ, ਪੋਤਰੀ ਬਾਰੇ ਸੋਚਨੀ ਆ ਮੈਂ। ਚਲੋ ਉਹਦੇ ਪਰ ਮੈਂ ਬਾਅਦ ਚ ਆਉਣਾ। ਦੂਸਰਾ ਇਹ ਦੱਸੋ ਕਿ ਚਲੋ ਮੈਂ ਤੇ ਇਹ ਆ ਗਿਆ ਰਾਈਟਰ ਬਣ ਗਏ ਜਾਂ ਛੱਬਾ ਡਾਕਟਰ ਬਣ ਗਿਆ। ਤੇ ਹੁਣ ਅੱਜ ਕੱਲ ਤੇਰੀ ਪੋਤਰੀ ਜਿਹੜੀ ਹੈ ਵਾਮਿਕਾ, ਜਿਹਨੂੰ ਦੀਬੂ ਸਾਡੇ ਵਾਸਤੇ ਦੀਬੂ ਆ, ਸਾਡੇ ਵਾਸਤੇ ਆ। ਤੇ ਉਹ ਜਿਸਲੇ ਹੁਣ ਤੁਹਾਨੂੰ ਦੇਖਦੀ ਹੈ, ਜਿੱਦਾਂ ਅੱਜ ਉਹਦੀ ਮੈਗਜ਼ੀਨ 'ਚ ਫੋਟੋ ਛਪੀ ਹੈ ਜਾਂ ਫਿਲਮਾਂ ਦੇਖਦੀਆਂ, ਪਰਦੇ ਤੇ ਦੇਖਦੀਆਂ, ਤੇ ਉਸ ਵੇਲੇ ਤੈਨੂੰ ਕੀ ਮਹਿਸੂਸ ਹੁੰਦਾ ਵੀ ਇਹ ਵੀ ਸੱਚ ਹੋਣਾ ਸੀ? ਕਦੇ ਸੋਚਿਆ ਸੀ ਵੀ ਸਾਡੀ ਪੋਤਰੀ ਹੀਰੋਇਨ ਬਣੇਗੀ? ਕਦੇ ਸੋਚਿਆ ਨਹੀਂ, ਸੁਪਨਾ ਹੀ ਨਹੀਂ। ਚੰਡੀਗੜ੍ਹ ਦਾ ਨਾਂ ਸੁਣਦੇ ਹੀ ਵੀ ਚੰਡੀਗੜ੍ਹ ਹੈ। ਅੱਜ ਅਸੀਂ ਚੰਡੀਗੜ੍ਹ ਅਸੀਂ ਪਰਾਈਆਂ ਚੱਕਾਂ ਦਾ ਲਿਖਿਆ ਸਮਝਦੇ ਪਏ। ਪਰਾਈਆਂ ਚੱਕੀ ਦੇ ਜਿਹੜੇ ਮਤਲਬ ਬੜੀ ਖੁਸ਼ੀ ਹੁੰਦੀ ਹੈ ਸੋਚ ਕੇ। ਜਿਹੜੇ ਤੋਂ ਵਾਮਿਕਾ ਨਾਲ ਸ਼ੂਟਿੰਗ ਤੇ ਜਾਂਦੀ ਹੁੰਦੀ ਸੀ, ਤੇ ਜਿਹੜੇ ਕਈ ਵੱਡੇ ਹੀਰੋ ਤੇ ਜਿਹੜੇ ਨਿਰਦੇਸ਼ਕ, ਜਿਹਦੇ 'ਚ ਤੁਹਾਡੇ ਸ਼ਾਹਿਦ ਕਪੂਰ ਜਦੋਂ ਤੇਰੇ ਪੈਰੀਂ ਹੱਥ ਲਾਉਂਦੇ, ਤਾਂ ਉਸ ਵੇਲੇ ਤੈਨੂੰ ਕੀ ਲੱਗਦਾ? ਮੈਂ ਬੜੇ ਆਪਣੇ ਆਪ ਨੂੰ ਹਮਾਨ ਸਮਝਦੀ। ਮੈਂ ਬੜੀ ਉਹ ਆ ਵੀ ਮੇਰੇ ਮਸਲਾ ਹੈ। ਤੂੰ ਕਰੀਨਾ ਕਪੂਰ ਨਾਲ ਵੀ ਬੜੀ ਰਹੀ, ਤੇ ਕਰੀਨਾ ਕਪੂਰ ਨਾਲ ਕਿੱਦਾਂ ਤੇਰੀ ਕਈ ਵਾਰੀ ਗੱਲਾਂ ਬਾਤਾਂ ਹੋਈਆਂ? ਕੀ ਕਹਿੰਦੀ ਹੁੰਦੀ ਸੀ? ਕੁਛ ਆਇਆ ਯਾਦ? ਨਹੀਂ, ਉਹਦਾ ਨਹੀਂ ਮੈਨੂੰ ਕੋਈ ਗੱਲ ਯਾਦ ਆਉਂਦੀ। ਅੱਛਾ, ਕੋਈ ਸਮਝਾਇਆ ਕਦੇ ਉਹਨੂੰ ਤੂੰ? ਨਹੀਂ, ਉਹਦੀ ਨਹੀਂ ਮੈਨੂੰ ਗੱਲ ਯਾਦ ਆਉਂਦੀ ਕੋਈ ਵੀ ਉਹਦੀ ਮੈਨੂੰ ਕੋਈ ਵੀ ਮਤਲਬ ਗੱਲ ਨਹੀਂ। ਤੇ ਇੱਕ ਵਾਰੀ ਜਦੋਂ ਤੈਨੂੰ ਇਮਤਿਆਜ਼ ਅਲੀ ਨੇ ਕਿਹਾ ਸੀ ਵੀ ਇੱਕ ਫਿਲਮ ਦੇ ਗਾਣੇ ਦੇ ਵਿੱਚ ਤੂੰ ਐਕਟਿੰਗ ਕਰਨੀ ਹੈ, ਤੇ ਫਿਰ ਕੀ ਹੋਇਆ? ਤੂੰ ਕਿਉਂ ਮਨਾ ਕਰਤਾ ਸੀ? ਮੈਂ ਮਨਾ ਇਸ ਗੱਲੋਂ ਕੀਤਾ ਸੀ ਵੀ ਮੈਂ ਉਸ ਵੇਲੇ ਇਹ ਬੜੀ ਪੁਰਾਣੀ ਗੱਲ ਹੋ ਚੁੱਕੀ ਹੈ। 8-9 ਸਾਲ ਹੀ ਹੋਇਆ। ਨਾ ਜ਼ਿਆਦਾ ਹੋ ਗਿਆ। ਨਹੀਂ ਇੰਨਾ ਹੀ ਹੋਇਆ। ਇਹ ਹੋਈ ਕਦੋਂ ਆਈ ਹੈ ਫਿਲਮ? ਜਬ ਵੀ ਮੈਟ ਨਹੀਂ, ਦੂਸਰੀ ਵਿੱਚ ਸੀਗੀ ਨਾ ਤੂੰ? ਕਿ ਨਾ ਲਵ ਸੈਫਰ ਖਾਨ ਦੀ, ਉਹਦੀ ਸੈਫਰ ਖਾਨ, ਸ਼ਾਹਿਦ ਕਪੂਰ ਵਾਲੀ ਨਹੀਂ, ਸੈਫ ਅਲੀ ਖਾਨ ਵਾਲੀ। ਹਾਂ ਉਹਦੀ ਹੀ ਬਹਿਜਾ ਬਹਿਜਾ ਹੋ ਗਈ। ਬਹਿਜਾ ਹੋ ਗਈ। ਅੱਛਾ, ਉਹ ਗਾਣਾ ਜਿਹੜਾ ਫਿਲਮ 'ਚ ਆਉਂਦਾ ਬਹਿਜਾ ਬਹਿਜਾ ਹੋ ਗਈ ਵੇ, ਉਹਦੇ ਵਿੱਚ ਤੇਰਾ ਇੱਕ ਛੋਟਾ ਜਿਹਾ ਸ਼ਾਟ ਹੈ। ਰੋਲ ਤੇ ਨਹੀਂ ਕਹਿ ਸਕਦੇ ਵੀ ਤੂੰ ਦਿਖਾਈ ਦਿੰਨੀ ਆ ਉਹਦੇ ਵਿੱਚ। ਤੇ ਜਦੋਂ ਇਮਤਿਆਜ਼ ਅਲੀ ਨੇ ਤੈਨੂੰ ਕਿਹਾ ਵੀ ਤੂੰ ਕੰਮ ਕਰਨਾ ਆਪਣੀ ਗਾਣੇ, ਤੇ ਫਿਰ ਤੂੰ ਕਿਉਂ ਜਵਾਬ ਦਿੱਤਾ ਸੀ? ਮੈਂ ਜਵਾਬ ਇਸ ਗੱਲੋਂ ਦਿੱਤਾ ਸੀ ਵੀ ਮੈਂ ਕੁੜਮਾ ਜਮਾ ਲਈਆਂ। ਅੱਛਾ। ਮੈਂ ਧੀਆਂ ਜਵਾਈਆਂ ਵਾਲੀਆਂ, ਜਵਾਈ ਨਾਲ ਕੁੜਮਾ ਜਾ ਰਹੀ ਹੈ ਮੇਰੀ, ਤੇ ਉਹ ਆਖਣਗੇ ਵੀ ਕੀ ਹੁਣ ਤੂੰ ਫਿਲਮ ਬਣਾ ਲੈ? ਸਾਡੀ ਕੁੜਮਣੀ ਫਿਲਮ ਬਣਾਉਂਦੀ ਹੈ। ਮੇਰੇ ਜਵਾਈ ਕੀ ਆਖਣਗੇ ਵੀ ਸਾਡੀ ਸੱਸ ਹੁਣ ਫਿਲਮਾਂ ਬਣਾਉਂਦੀ ਹੈ। ਮੈਂ ਇਸ ਸ਼ਰਮ ਦੀ ਮਾਰੀ ਮੈਂ ਪਿੱਛੇ ਹਟ ਗਈ ਸੀ। ਨਹੀਂ ਤਾਂ ਉਹ ਮੈਨੂੰ ਉਸ ਵੇਲੇ ਉਹ ਜਿਹੜੀ। ਅੱਛਾ ਭਾਬੀ, ਹੁਣ ਤੂੰ ਰਹਿ ਰਹੀ ਹੈ ਮੋਹਾਲੀ ਪਿਛਲੇ 15-16 ਸਾਲਾਂ ਤੋਂ, ਤੇ ਹੁਣ ਤੇਰਾ ਇੱਥੇ ਦਿਲ ਲੱਗ ਜਾਂਦਾ? ਹਾਂਜੀ ਪੂਰਾ ਇੱਥੇ? ਹੁਣ ਇੱਥੇ ਤੂੰ ਕੀ ਕਰਦੀ ਹੈ ਸਾਰਾ ਦਿਨ? ਕਿੱਦਾਂ ਆਪਣੇ ਰੁਝੇਵੇਂ ਕਿੱਦਾਂ ਕੀ ਕਰਦੀ ਹੈ ਤੂੰ ਸਾਰਾ ਦਿਨ ਇੱਥੇ? ਮੈਂ ਸਾਰਾ ਦਿਨ ਸਵੇਰੇ ਉਹ ਚਲੇ ਜਾਂਦੀਆਂ ਨੇ ਦੋਵੇਂ
ਨਿਆਣੇ ਵੀ ਚਲੇ ਜਾਂਦੇ, ਤੁਸੀਂ ਵੀ ਚਲੇ ਜਾਂਦੇ ਹੋ, ਰਹਿ ਜਾਂਦੀ ਮੈਂ ਘਰ ਇਕੱਲੀ। ਫਿਰ ਮੇਰਾ ਜੋ ਮਨ ਕਰਦਾ ਕੰਮ ਲੱਗੀ ਰਹਿੰਦੀ, ਖਾਣਾ ਬਣਾਉਂਦੀ ਹਾਂ ਆਪਣੇ, ਜੋ ਮੇਰਾ ਮਨ ਕਰਦਾ ਮੈਂ ਉਹ ਕੰਮ ਨੂੰ ਕਰਦੀ ਰਹਿੰਦੀ ਹਾਂ, ਵਿਹਲੀ ਨਹੀਂ ਮੈਂ ਬਹਿਣਾ, ਲੱਗੇ ਰਹਿਣਾ। ਕਿਸੇ ਆਂਢ ਗੁਆਂਢ, ਕੁਛ ਆਂਢੀ ਗੁਆਂਢੀ ਵੀ, ਕੋਈ ਸਹੇਲੀਆਂ ਬਣੀਆਂ ਤੇਰੀਆਂ? ਸਹੇਲੀਆਂ ਮੇਰੀ ਇੱਕ ਬਿਸਕੀ ਦੀ ਮਾਂ ਆ, ਇੱਕ ਉਹ ਸੈਣੀ ਆਂਟੀ ਆ, ਤੇ ਉਹ ਕਦੇ ਕਿਤੇ ਆਉ ਜਾਣ ਜਾਂ ਖੜੋ ਜੀਏ ਬਾਹਰ ਨਿਕਲ ਕੇ ਤੇ ਗੱਲਬਾਤ ਕਰ ਲੈਂਦੇ ਆ। ਇਹਨੇ ਤੇ ਆਪਣੇ ਅੰਦਰ ਕੰਮ ਨਾਲ ਬਿਲਕੁਲ ਮਨ ਲੱਗੇ ਦਾ, ਉਦਾਸ ਤਾਂ ਨਹੀਂ ਹੁੰਦਾ? ਨਾ 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 ਨਾ, ਦਾਸ ਨਹੀਂ ਮੈਂ ਹੁੰਦੀ, ਦਾਸ ਨਹੀਂ ਹੁੰਦੀ ਮੈਂ, ਮੇਰਾ ਬਿਲਕੁਲ ਮੇਰਾ ਮਨ। ਸਾਡੇ ਭਾਪੇ ਨੂੰ ਗਿਆ 7 ਸਾਲ ਹੋ ਜਾਣੇ ਆ। ਹਾਂਜੀ। ਤੇ ਭਾਪੇ ਦੀ ਕਦੇ ਆਉਂਦੀ ਯਾਦ, ਕਦੇ ਤੂੰ ਸੋਚਦੀ ਆ ਵੀ ਤੂੰ ਇੰਨੇ ਸਾਲ ਉਹਦੇ ਨਾਲ ਇਕੱਠੀ ਰਹੀ ਹੈ ਤੇ ਹੁਣ ਉਹਦੇ ਬਿਨਾਂ? ਯਾਦ ਥੋੜੀ ਪੁੱਤਰ ਭੁੱਲਦੀ ਹੈ, ਯਾਦ ਥੋੜੀ ਭੁੱਲਦੀ ਹੈ, ਯਾਦ ਤਾਂ ਉਹਦੀ ਆਉਂਦੀ ਰਹਿੰਦੀ ਹੈ। ਵੀ ਜਿਸ ਤਰ੍ਹਾਂ ਮੈਂ ਹੁਣ ਸ਼ੱਬੇ ਨਾਲ ਗਈ ਸੀ, ਬੜਾ ਥੋੜਾ ਜਿਹਾ ਮਨ ਨੂੰ ਲੱਗਾ ਜੋ ਵੀ ਅਸੀਂ ਕੀਤਾ, ਅਸੀਂ ਕੀਤਾ ਔਖੇ ਹੋ ਕੇ, ਸੌਖੇ ਹੋ ਕੇ, ਦੁੱਖ ਸੁੱਖ ਸਾਰਾ ਹੀ ਕੀਤਾ। ਅੱਜ ਸਾਡਾ ਦਿਖਣ ਦਾ ਟਾਈਮ ਸੀ ਤੇ ਮੈਂ ਘੁੰਮੇ ਫਿਰੇ ਕਰਨੀ ਆ, ਤੂੰ ਆਪਣਾ ਦੁਨੀਆ ਤੂੰ ਚਲੇ ਗਿਆ। ਅੱਛਾ, ਘੁੰਮਣ ਫਿਰਨ ਤੋਂ ਮੈਨੂੰ ਯਾਦ ਆਇਆ, ਤੂੰ 5-6 ਸਾਲ ਪਹਿਲਾਂ ਵੀ ਕੈਨੇਡਾ ਵੀ ਹੋ ਕੇ ਆਈ ਹੈ, 5-6 ਮਹੀਨੇ ਰਹਿ ਕੇ ਹੁਣ ਫਿਰ ਗਈ ਸੀ। ਤੇ ਇੱਕ ਤੇ ਇਹ ਬਾਹਰਲੇ ਦੇਸ਼ ਕੈਨੇਡਾ ਜਾ ਕੇ ਤੈਨੂੰ ਕਿੱਦਾਂ ਮਹਿਸੂਸ ਹੋਇਆ, ਕਿੱਦਾਂ ਲੱਗਦਾ ਉੱਥੋਂ ਦਾ ਤੇ ਇੱਥੋਂ ਦਾ ਕੋਈ ਫਰਕ ਲੱਗਿਆ? ਨਹੀਂ, ਫਰਕ ਤਾਂ ਹੈ ਆ, ਵੀ ਜੋ ਸਾਡਾ ਇੰਡੀਆ ਉਹ ਕੈਨੇਡਾ ਨੇ। ਉਹ ਕਿੱਦਾਂ? ਇੰਡੀਆ ਕੈਨੇਡਾ ਦੇ ਵਿੱਚ ਅਸੀਂ ਹੁਣ ਸਾਰਾ ਦਿਨ ਕੰਮ ਕਰਨਾ, ਮਤਲਬ ਸਵੇਰੇ ਆਉਂਦੇ ਆ, ਚਲੋ ਸਾਡੀਆਂ ਮੇਰੀਆਂ ਨੂੰਹਾਂ ਨੇ, ਉਹ ਸਵੇਰੇ 7 ਵਜੇ, ਕੋਈ 8 ਵਜੇ ਜਾਂਦੀ, ਕੋਈ 7 ਵਜੇ ਜਾਂਦੀ, 2 ਵਜੇ ਘਰ ਆ ਜਾਂਦੀਆਂ। ਆਪਣੇ ਆਣ ਕੇ ਘਰ ਬੱਚਿਆਂ 'ਚ ਰਹਿੰਦੀਆਂ, ਖੁਸ਼ ਰਹਿੰਦੀਆਂ, ਕੰਮ ਜਿਹੜਾ ਪਿਆ ਲਿਆ ਆਪਣਾ ਕਰਦੀਆਂ। ਕੈਨੇਡਾ 'ਚ ਹੈ ਵੀ ਸਵੇਰੇ ਜਾਓ, ਸ਼ਾਮਾਂ ਨੂੰ ਆਓ, ਅਗਲਿਆਂ ਸਾਰਾ ਦਿਨ ਖੜੇ ਰੱਖਣਾ ਕੰਮ ਵਾਸਤੇ, ਉਹਨਾਂ ਨੇ ਕੰਮ ਕਰਨਾ ਤੇ ਆਪਣੇ ਸ਼ਾਮਾਂ ਨੂੰ। ਅੱਛਾ ਬਾਬੀ, ਤੂੰ ਕੈਨੇਡਾ ਗਈ ਸੀ ਤੇ ਕੈਨੇਡਾ ਉੱਥੇ ਕੀ ਦਿਖਿਆ ਤੂੰ? ਉੱਥੇ ਕੋਈ ਅੰਗਰੇਜ਼ ਵੀ ਲੱਭੇ? ਸਭ ਕੁਝ ਦੇਖਿਆ, ਅੰਗਰੇਜ਼ ਵੀ ਲੱਭੇ, ਪੰਜਾਬੀ ਵੀ ਲੱਭੇ, ਕਾਲੇ ਵੀ ਦਿਖੇ, ਸਾਰੇ ਮਤਲਬ ਜਗ੍ਹਾ ਮੈਂ ਸਾਰੀਆਂ ਹੀ ਦੇਖੀਆਂ। ਤੇ ਹੁਣ ਬਾਬੀ ਤੂੰ ਦੁਬਈ ਵੀ ਹੋ ਕੇ ਆਈ ਹੈ। ਹਾਂ। ਤੇ ਦੁਬਈ ਜਾ ਕੇ ਕਿੱਦਾਂ ਮਹਿਸੂਸ ਹੋਇਆ, ਕਿਹੋ ਜਿਹਾ ਸੀ? ਦੁਬਈ ਜਿਹੜਾ ਨਾ ਉਹ ਕੈਨੇਡਾ ਕੋਲੋਂ ਸੋਹਣਾ, ਬਹੁਤ ਸੋਹਣਾ। ਉੱਥੇ ਤੇ ਸਵਾਏ ਰੇਤ ਦੇ ਕੁਛ ਹੈ ਹੀ ਨਹੀਂ, ਤੂੰ ਕਰੀ ਭਾਵੇਂ ਰੇਤ ਹੈ ਤੇ ਜੋ ਦੁਬਈ ਹੈ ਨਾ ਉਹ ਕੈਨੇਡਾ ਹਨ। ਉਹ ਕਿੱਦਾਂ? ਮਤਲਬ ਕੈਨੇਡਾ ਦੁਬਈ ਕੋਲ ਕੈਨੇਡਾ ਕੋਲੋਂ ਦੁਬਈ ਜਿਹੜਾ ਨਾ ਬਹੁਤ ਸਾਫ ਸੁਥਰਾ, ਕੋਈ ਇਹ ਜਿਸ ਤਰ੍ਹਾਂ ਦੇ ਸਾਡੇ ਉੱਥੇ ਵੀ ਇਹੋ ਜਿਹੇ ਹੈ ਨਾ ਬੂਟੇ ਦਰਖਤ, ਤੇ ਦੁਬਈ ਕੋਈ ਬੂਟਾ ਦਰਖਤ ਨਹੀਂ, ਖਜੂਰਾਂ ਹੀ ਖਜੂਰਾਂ ਨਾ ਉੱਥੇ। ਹਾਂ, ਫਿਰ ਸੋਹਣਾ ਕਿੱਦਾਂ ਹੋਇਆ ਉੱਥੇ ਦੇ? ਸੋਹਣਾ ਖਜੂਰਾਂ ਨਾ, ਮਤਲਬ ਖਾਲੀ ਹੈ। ਅੱਛਾ। ਮਤਲਬ ਜੰਗਲ ਨਹੀਂ, ਗੰਦ ਨਹੀਂ, ਮਤਲਬ ਕੋਈ ਵੀ ਕਿਸੇ ਕਿਸਮ ਦਾ। ਰੇਤਾ, ਉਹ ਵੀ ਚਿੱਟਾ ਰੇਤਾ, ਲਾਲ ਰੇਤਾ, ਅੱਛਾ। ਮਤਲਬ ਦੁਬਈ ਕੈਨੇਡਾ ਕੋਲ ਵੀ ਸੋਹਣਾ ਹੈ। ਅੱਛਾ, ਚਲ ਬਾਬੀ ਹੁਣ ਇਹ ਦੱਸ, ਹੁਣ ਤੂੰ ਇਸ ਲਈ ਜਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੀ ਹੈ, ਜਿੱਦਾਂ ਸਭ ਕੁਝ ਚੱਲ ਰਿਹਾ ਹੈ, ਤੇ ਤੈਨੂੰ ਕੋਈ ਹੈ ਤੇਰੇ ਦਿਲ 'ਚ ਗੱਲ, ਤੈਨੂੰ ਲੱਗਦਾ ਵੀ ਨਹੀਂ ਅਗਰ ਇਹ ਨਹੀਂ ਇਹ ਹੁੰਦਾ? ਭਾਪੇ ਵਾਲੀ ਗੱਲ ਛੱਡ ਕੇ ਦੇਖੋ, ਉਹ ਤੇ ਪੂਰੀ ਨਹੀਂ ਹੋ ਸਕਦੀ, ਨਹੀਂ ਉਹ ਤਾਂ ਨਹੀਂ, ਤੇ ਉਹਦੇ ਇਲਾਵਾ ਤੈਨੂੰ ਲੱਗਦਾ ਹੈ ਕਿ ਤੂੰ ਮਤਲਬ ਬਿਲਕੁਲ ਸੰਤੁਸ਼ਟ ਹੈ, ਤੈਨੂੰ ਕੋਈ ਸ਼ਿਕਵਾ ਨਹੀਂ ਰਹਿ ਗਿਆ ਜ਼ਿੰਦਗੀ ਕੋਲੋਂ, ਆਪਣੇ ਬੱਚਿਆਂ ਕੋਲੋਂ, ਜਾਂ ਕੁਝ ਹੈ ਕੋਈ ਇਸ ਤਰ੍ਹਾਂ ਦੀ ਕੋਈ ਦਿਲ 'ਚ ਗੱਲ? ਕਿ ਸਭ ਦੀ ਮੈਨੂੰ ਖੁਸ਼ੀ ਹੈ, ਧੀਆਂ ਮੇਰੀਆਂ ਸੁਖੀ, ਜਿੰਦੇ ਕੋਲ ਮੈਂ ਰਹਿ ਕਰਨੀ, ਆਪਣੇ ਪੁੱਤਰਾਂ ਕੋਲ, ਆਪਣੀਆਂ ਨੂੰਹਾਂ ਕੋਲ, ਆਪਣੇ ਪੋਤਰਿਆਂ ਕੋਲ, ਮੈਂ ਇਹਦੇ 'ਚ ਰੁੱਝੀ ਦੀਆਂ। ਮਤਲਬ ਮੈਂ ਬੜੀ ਖੁਸ਼ ਰਹਿੰਦੀ ਹਾਂ ਇਹਦੇ ਵਿੱਚ, ਇਹਨਾਂ ਨੂੰ ਦੇਖ ਕੇ ਮੈਂ ਖੁਸ਼ ਹੁੰਦੀ। ਮੈਂ ਬਹੁਤ ਅੱਛੀ ਜ਼ਿੰਦਗੀ ਬਿਤਾਏ ਕਰਨੀ ਆਪਣੀ, ਜਿਹਨੂੰ ਅੱਛੀ ਜ਼ਿੰਦਗੀ ਆਖਦੇ ਨਾ, ਮੈਂ ਉਹ ਜ਼ਿੰਦਗੀ ਬਿਤਾਏ ਕਰਨੀ ਆ। ਮੈਨੂੰ ਕਿਸੇ ਦਾ ਦੁੱਖ ਨਹੀਂ, ਮੈਨੂੰ ਭੈਣ ਭਰਾ ਦਾ ਦੁੱਖ ਨਹੀਂ, ਸਾਰੇ ਮੇਰੇ ਭੈਣ ਭਰਾ ਸਾਰੇ ਮੇਰੇ ਖੁਸ਼ ਨੇ, ਜਿੱਥੇ ਜਿੱਥੇ ਹੈ ਨਾ, ਸਭ ਤੰਦਰੁਸਤ ਨੇ, ਖੁਸ਼ ਨੇ।
मैं अपने घर बहुत इन्नी कुछ खुश रहनी हाँ। हम्म, मैनू किसी चीज़ का दुख नहीं, अच्छा किसी भी चीज़ का मैनू दुख नहीं भी मैं कोई मैनू तकलीफ है ਜਾਂ मेरिया नौहां मैनू कोई तकलीफ दिंदियां ने ਜਾਂ कोई मैनू कोई तुहाडे नूं कोई शिकायत है, मैनू कोई दुख नहीं। ਤੇ ਕੋਈ ਤੇਰੀ ਆਖਰੀ ਕੋਈ ਖੁਆਇਸ਼ ਜਿਹੜੀ ਅਜੇ ਤੱਕ ਤੈਨੂੰ ਲੱਗਦਾ ਹੈ ਕਿ ਨਹੀਂ ਮੈਂ ਇਹ ਵੀ ਕਰਨਾ ਸੀ, ਕੁਝ ਇਸ ਤਰ੍ਹਾਂ ਦਾ ਹੈ? ਨਹੀਂ ਕੋਈ ਦਿਲ ਨਾ। 'ਚ ਕਿਤੇ ਘੁੰਮਣ ਦਾ? नहीं नहीं मैनू ਜਾਂ कोई ਕੁਛ- घूमन की तमन्ना नहीं रही दी पुत्र। ਮਤਲਬ मैं बहुत घूमिया, मेरे जिन्ना शायद है कोई घूमिया भी जिन्नी मैं घूमी ਅੱਛਾ। जहाज़ां च, ਹੂੰ फिर गड्डियां बसां च नहीं जहाज़ां दे विच मैं इन्नी को घूमिया। मैं अपने फिर गल तो इत्थे मुकदी आन के भी मैं अपने भैन भरावां मेरे ने किसे ने बेचारियां ने जहाज दिखिया ही नहीं, चढ़दा ही उपर दिखिया, उपरों दी उड़ गया लंघ गया। ਹੂੰ ते मेरे वास्ते तो जहाज हुण ਰੇਲ ਗੱਡੀ ਹੋ ਗਈ ਉਹ 12 ਵਾਲੀ ਗੱਡੀ ਹੈਂ? 12 ਵਾਲੀ ਹੋ ਜਦੋਂ ਗਈ। ਮਰਜ਼ੀ ਚੜ ਜਾਓ ਜਦੋਂ ਮਰਜ਼ੀ ਚੜ੍ਹ ਉਤਰ ਜਾਓ, ਜਦੋਂ ਮਰਜ਼ੀ ਉਤਰ। ਅੱਛਾ ਭਾਬੀ, ਹੁਣ ਸਾਡੀ ਬੜੀ ਲੰਬੀ ਚੌੜੀ ਗੱਲ ਹੋਈ ਹੈ ਔਰ ਹਾਂ। ਕਾਫੀ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਠੀਕ ਹੈ, ਹੋਈਆਂ, ਠੀਕ। ਬੜਾ ਕੁਝ ਹੋਇਆ, ਬੜੇ ਸਾਰਾ ਕੁੱਲ ਮਿਲਾ ਕੇ ਮੈਂ ਦੇਖਿਆ ਕਿ ਸਾਰੀ ਜ਼ਿੰਦਗੀ ਜਿਹੜੀ ਹੈ ਉਹਦੀ ਪੂਰੀ ਰੀਲ ਚੱਲੀ ਹੈ। हाँ जी। ਤੇ ਤੂੰ ਕੀ ਸੁਨੇਹਾ ਦੇਣਾ ਚਾਹੇਂਗੀ ਜਿਹੜੇ ਤੇਰੇ ਕੋਲੋਂ ਛੋਟੇ ਹੈ ਜਾਂ ਤੇਰੇ ਨੂੰਹਾਂ ਵਰਗੇ ਹੈ, ਧੀਆਂ ਵਰਗੇ ਹੈ, ਪੁੱਤਰਾਂ ਵਰਗੇ ਹੈ, ਪੋਤਰਿਆਂ ਦੋਤਰਿਆਂ ਵਰਗੇ ਹੈ, ਉਹਨਾਂ ਨੂੰ ਕੀ ਤੂੰ ਇੱਕ ਸੁਨੇਹਾ ਕੀ ਦੇਣਾ ਚਾਹੇਂਗੀ ਜ਼ਿੰਦਗੀ ਬਾਰੇ? मैं सुनेहा इहो ही दवांगी ਹੂੰ कि पुत्र जे कोई मुसीबत आ जाती है ਹੂੰ ਉਹਨੂੰ खुशी खुशी ਹੂੰ ਨਿਭਾਓ। ਹੂੰ मतलब ये खुशी रवांगे तो साडी मुसीबत ਜਿਹੜੀ ਆ ਉਹਨੂੰ ਹੱਲ ਹੋ ਜਾਏਗੀ। ਹੂੰ ਜੇ ਅਸੀਂ ਉਹਨੂੰ ਸੋਚਾਂਗੇ ਬਸ ਇਹਨੂੰ ਛੱਡ ਦੇਈਏ, ਇਹਦਾ ਵਿਰੋਧ ਹੋ ਜਾਈਏ ਹੂੰ ਤੇ ਫਿਰ ਅਸੀਂ ਸੁਖੀ ਨਹੀਂ ਰਹਿ ਸਕਦੇ। ਹੂੰ ਕਿਉਂ ਮੇਰੇ ਤੇ ਬੜੀਆਂ ਇਕੜੀਆਂ ਮੁਸੀਬਤਾਂ ਆਈਆਂ ਹੂੰ ਤੇ ਮੈਂ ਇਹਨਾਂ ਮੁਸੀਬਤਾਂ ਨੂੰ ਹੂੰ ਖੁਸ਼ੀ ਨਾਲ ਹੀ ਮੈਂ ਮਤਲਬ ਉਹਨਾਂ ਨੂੰ ਸਾਬਤ ਕੀਤਾ ਹੂੰ ਤੇ ਮੈਂ ਅੱਜ ਚੰਡੀਗੜ੍ਹ ਬੈਠੀ ਦੀ। ਹੂੰ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਬੋਲ ਮਿੱਟੀ ਦੇ ਅਬਾਵਿਆ ਦਾ ਪਹਿਲਾ ਐਪੀਸੋਡ, ਔਰ ਜਿਸ ਵਿੱਚ ਅੱਜ ਸਾਡੇ ਮਿੱਟੀ ਦੇ ਬਾਬਾ ਸਨ, ਮੇਰੀ ਆਪਣੀ ਮਾਂ ਜਿਹਨੇ ਆਪਣੀ ਬਚਪਨ ਤੋਂ ਲੈ ਕੇ ਤੇ ਹੁਣ ਤੱਕ ਦੀ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੇ ਨਿੱਕੇ ਵੇਰਵੇ ਸਾਡੇ ਨਾਲ ਪੇਸ਼ ਕੀਤੇ। ਔਰ ਕਿਉਂਕਿ ਮੈਂ ਇਸ ਮਿੱਟੀ ਦੇ ਬਾਵੇ ਦਾ ਇੱਕ ਪੁੱਤਰ ਹਾਂ, ਬਾਵਾ ਹਾਂ ਮੈਂ ਵੀ, ਸੋ ਮੈਂ ਵੀ ਇਹੋ ਹੀ ਕਹਿ ਸਕਦਾ ਕਿ ਸਾਨੂੰ ਵੀ ਮਾਣ ਹੈ ਕਿ ਇਹ ਸਾਡੀ ਮਾਂ ਹੈ ਔਰ ਇਸ ਮਾਂ ਨੇ ਵੀ ਬੜੀਆਂ ਦੁੱਖ ਤਕਲੀਫਾਂ ਝੱਲੀਆਂ, ਮਿਹਨਤਾਂ ਕੀਤੀਆਂ, ਆਪਣੇ ਅੜੇ ਰਹੇ ਇਰਾਦਿਆਂ ਦੇ ਉੱਪਰ ਇਮਾਨਦਾਰੀ ਨਾਲ ਚੱਲਦੇ ਰਹੇ, ਸਾਨੂੰ ਵੀ ਚੱਲਣ ਦੀ ਸਲਾਹ ਦਿੰਦੇ ਰਹੇ ਤੇ ਅਸੀਂ ਇੱਕ ਠੀਕ ਠਾਕ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ, ਇਮਾਨਦਾਰੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ, ਮਿਹਨਤ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਸੋ ਦੋਸਤੋ, ਇਸੇ ਤਰ੍ਹਾਂ ਅਸੀਂ ਹਰ ਵਾਰ ਆਪਣੇ ਇਸ ਪ੍ਰੋਗਰਾਮ ਬੋਲ ਮਿੱਟੀ ਦੇ ਬਾਵਿਆਂ ਵਿੱਚ ਕਿਸੇ ਇਸੇ ਤਰ੍ਹਾਂ ਦੀ ਹਸਤੀ ਨੂੰ, ਚਾਹੇ ਉਹ ਕਿਸੇ ਵੀ ਖੇਤਰ ਨਾਲ ਸੰਬੰਧਿਤ ਹੋਵੇ, ਕਿਸੇ ਵੀ ਖਿੱਤੇ ਨਾਲ ਸੰਬੰਧਿਤ ਹੋਵੇ, ਜਿਹਦੇ ਕੋਲੋਂ ਸਾਨੂੰ ਕੁਝ ਸਿੱਖਣ ਨੂੰ ਮਿਲੇ, ਜਿਹਦੇ ਕੋਲੋਂ ਸਾਨੂੰ ਕੁਝ ਪਾਉਣ ਨੂੰ ਮਿਲੇ, ਉਹਨਾਂ ਨਾਲ ਅਸੀਂ ਮੁਲਾਕਾਤ ਜਾਰੀ ਰੱਖਾਂਗੇ। ਸੋ ਮਿਲਦੇ ਹਾਂ ਬੜੀ ਜਲਦੀ ਇੱਕ ਨਵੇਂ ਮਿੱਟੀ ਦੇ ਬਾਵੇ ਨਾਲ। ਤਦ ਤੱਕ ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਨਮਸਕਾਰ। ਬੋਲ ਮਿੱਟੀ ਦਿਆ, ਬੋਲ ਮਿੱਟੀ ਦਿਆ, ਬੋਲ ਮਿੱਟੀ ਦਿਆ ਬਾਵਿਆ।